ਵਿੱਚ ਸਪੈਸ਼ਲੀ ਜਿਹੜਾ ਹੈਗਾ ਆ ਕਿ ਜਿਹੜੀ ਕਸਰਤ ਆ ਉਹਦੇ ਸਾਨੂੰ ਕਿਹੜੇ ਲਾਭ ਹੁੰਦੇ ਹਨ ਜਾਂ ਜਿਹੜੇ ਆਪਾਂ ਯੋਗਾ ਵਗੈਰਾ ਕਰਦੇ ਆ ਕਿਉਂ ਕਰਨੇ ਚਾਹੀਦੇ ਆ, ਜਿਹਦੇ ਕਰਕੇ ਜਿਹੜਾ ਸਾਡਾ ਅੱਜ ਦਾ ਅਸੀਂ ਟੌਪਿਕ ਰੱਖਿਆ ਹੈਗਾ ਕਿ ਹਰ ਰੋਜ਼ ਕਸਰਤ ਕਰਨ ਦੇ ਨਾਲ ਸਾਨੂੰ ਕਿਹੜੇ ਕਿਹੜੇ ਲਾਭ ਹੋ ਸਕਦੇ ਹਨ, ਕਿਹੜੇ ਮਲਟੀਪਲ ਬੈਨੀਫਿਟਸ ਹੈਗੇ ਆ ਜਿਹੜੇ ਰੈਗੂਲਰ ਇਹਨਾਂ ਚੀਜ਼ਾਂ ਤੋਂ ਸਾਨੂੰ ਇਨਫੈਕਸ਼ਨ, ਵਾਇਰਸ ਔਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੱਡੀ ਬਿਮਾਰੀ ਤੋਂ ਬਚਾਉਂਦੇ ਹੈਗੇ ਆ। ਤੇ ਆਪਾਂ ਅੱਜ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ। ਵੈਲਕਮ ਡਾਕਟਰ ਸਾਹਿਬ। ਤੇ ਅੱਜ ਦਾ ਜਿਹੜਾ ਆਪਾਂ ਸੈਸ਼ਨ ਆ ਸਟਾਰਟ ਕਰਦੇ ਹਾਂ। ਹਮੇਸ਼ਾ ਦੀ ਤਰ੍ਹਾਂ ਐਂਡ ਆਫ ਦਾ ਡਿਸਕਸ਼ਨ ਤੁਸੀਂ ਆਪਣੇ ਜਿਹੜੇ ਕੁਐਸਚਨ ਆ ਪੁੱਟ ਕਰ ਸਕਦੇ ਆ ਰੇਜ਼ ਹੈਂਡ ਕਰਕੇ, ਜਿਵੇਂ ਮੈਂ ਤੁਹਾਨੂੰ ਦੱਸਿਆ। ਤੇ ਹਮੇਸ਼ਾ ਦੀ ਤਰ੍ਹਾਂ ਆਪਾਂ ਐਟ ਦਾ ਐਂਡ ਆਫ ਦਾ ਡਿਸਕਸ਼ਨ ਸਾਡੇ ਕੁਐਸਚਨ ਦੇ ਆਨਸਰ ਕਰਾਂਗੇ। ਵੈਲਕਮ ਡਾਕਟਰ ਸਾਹਿਬ। ਥੈਂਕ ਯੂ ਜਤਿਨ ਜੀ। ਸਰ ਜਿਹੜਾ ਆਪਣਾ ਅੱਜ ਦਾ ਟੌਪਿਕ ਹੈਗਾ ਕਿ ਕਸਰਤ ਕਰਨ ਦੇ ਕਿਹੜੇ ਲਾਭ ਹਨ ਜਾਂ ਕਿਉਂ ਸਾਨੂੰ ਇਹ ਯੋਗਾ ਕਸਰਤ ਕਰਨੀ ਚਾਹੀਦੀ, ਕੀ ਇਹਦੇ ਮਲਟੀਪਲ ਬੈਨੀਫਿਟਸ ਆਪਾਂ ਲੋਕਾਂ ਨੂੰ ਦੱਸੀਏ ਕਿ ਉਹ ਜਿਹੜੇ ਆ ਇਸ ਚੀਜ਼ ਨੂੰ ਆਪਣੇ ਰੈਗੂਲਰ ਕਰਨ। ਬਹੁਤ ਹੀ ਸ਼ੁਕਰੀਆ ਤੁਹਾਡਾ ਇਸ ਕੁਐਸਚਨ ਦੇ ਲਈ। ਔਰ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਕਹਿੰਦਾ ਹੈ। जो क्वेश्चन तुसी पूछा है वो बहुत ही इंपॉर्टेंट है। आज के जमाने ਦੇ ਵਿੱਚ कसरत करना बहुत ही जरूरी है क्योंकि आजकल दुनिया की लाइफस्टाइल डिजीजेस है क्या है उन्होंने बहुत प्रभाव है और उन्हें ठीक करने ਦੇ उन्हें मेंटेन करने ਦੇ ਲਈ मतलब बूस्ट करने ਦੇ ਲਈ एक कसरत ਜਿਹੜੀ है वो बहुत जरूरी है। सब तो पहला ਤਾਂ ਜਦੋਂ ਅਸੀਂ कसरत ਕਰਦੇ ਆ ਇਹ ਸਾਡੀ ਜਿਹੜੀ ਬੋਡੀ ਦੀ એનર્ਜੀ ਹੈ ਉਹਨੂੰ ਬੂਸਟ ਕਰਦੀ ਹੈ। ਇਹ ਸਾਡੇ ਜਿਹੜੇ ਮਸਲਸ ਹੈਗੇ ਆ ਉਹਨਾਂ ਨੂੰ ਤਾਕਤ ਦਿੰਦੀ ਹੈ। ਸਾਡੀਆਂ ਜਿਹੜੀਆਂ ਬੋਨਸ ਹੈਗੀਆਂ ਆ ਉਹਨਾਂ ਨੂੰ ਸਟਰੋਂਗ ਕਰਦੀ ਹੈ। ਇਹ ਇੱਕ ਕਿਸਮ ਦੀ ਸਾਡੀ ਇੰਡਿਊਰੈਂਸ ਜਿਹੜੀ ਹੈਗੀ ਆ ਕਾਰਡੀਓਵੈਸਕੂਲਰ ਸਿਸਟਮ ਦੀ ਸਾਡੇ ਹਾਰਟ ਦੀ ਉਹ ਵੱਧ ਜਾਂਦੀ ਹੈ। ਫਿਰ ਜਿਹੜਾ ਸਾਡਾ ਸਾਹ ਦੀ ਪ੍ਰਣਾਲੀ ਹੈਗੀ ਆ ਉਹਦੇ ਨਾਲ ਵੀ ਸਾਡੇ ਸਾਹ ਦੇ ਵਿੱਚ ਵੀ ਕਾਫੀ ਇਹ ਫਰਕ ਪੈਂਦਾ ਹੈ। लंबे साह जो कसरत करते हैं तो ज्यादा साह लेते हैं, साढ़े लंग्स की एक्सपेंशन होती है, ऑक्सीजन सानू मिलती हैगी आ, नवी ऑक्सीजन ज्यादा ऑक्सीजन जिहड़ी हैगी आ और साडे सारे सैलां दे लई नवी ऊर्जा बनती है। फिर साडे अजकल की जिहड़ी ओबेसिटी जिहड़ी हैगी आ वो बहुत एक मारू रोग बन रहा है और ਉਹਦੇ ਲਈ भी ਅਸੀਂ मतलब ये कसरत हैगी आ ਉਹਦੇ ਲਈ बहुत ਜ਼ਰੂਰੀ हैगी। फिर जिन्नियां भी हार्ट दी प्रॉब्लम हैगी आ उन्हां लई जदों साडी इंडोरेंस वधदी हैगी आ कार्डियोवैस्कुलर सिस्टम दी ਉਹਦੇ ਨਾਲ ਜਿੰਨੀਆਂ ਹਾਰਟ ਦੀਆਂ ਬਿਮਾਰੀਆਂ ਹੈਗੀਆਂ ਜਿਵੇਂ ਕੋਰੋਨਰੀ ਆਰਟਰੀ ਡਿਜ਼ੀਜ਼ ਹੈ ਜਾਂ ਹਾਰਟ ਅਟੈਕ ਦੀ ਹੈਗੀ ਆ ਉਹਦੇ ਉੱਤੇ ਵੀ ਕਾਫੀ ਇਹਦਾ ਅਸਰ ਹੁੰਦਾ ਹੈਗਾ ਠੀਕ ਕਰਨ ਦੇ ਵਿੱਚ। ਫਿਰ ਸਾਡਾ ਬਲੱਡ ਪ੍ਰੈਸ਼ਰ ਜਿਹੜਾ ਹੈਗਾ ਆ ਅਗਰ ਉਹ ਜ਼ਿਆਦਾ ਹੋਇਆ ਹੈਗਾ ਆ ਤੇ ਜਿਹੜੀ ਕਸਰਤ ਕਰਦੇ ਹੈਗੇ ਆ ਉਹਦੇ ਨਾਲ ਸਾਡਾ ਬਲੱਡ ਪ੍ਰੈਸ਼ਰ ਵੀ ਰੈਗੂਲੇਟ ਹੋ ਜਾਂਦਾ ਹੈਗਾ ਆ। ਫਿਰ ਸਾਡਾ ਬਲੱਡ ਸ਼ੂਗਰ ਲੈਵਲ ਜਿਹੜਾ ਹੈਗਾ ਕਿਉਂਕਿ ਜਦੋਂ ਅਸੀਂ ਕਸਰਤ ਕਰਦੇ ਹਾਂ ਤੇ ਸਾਡੇ ਜਿਹੜੇ ਮਸਲਸ ਹੈਗੇ ਆ ਉਹਨਾਂ ਨੂੰ એનર્ਜੀ ਚਾਹੀਦੀ ਹੈ ਔਰ ਸਾਡਾ ਬਲੱਡ ਗਲੂਕੋਜ਼ ਜ਼ਿਆਦਾ ਹੁੰਦਾ ਹੈਗਾ ਆ ਉਹ ਸਾਡੇ ਮਸਲਸ ਦੇ ਵਿੱਚ ਆਪਣੇ ਆਪ ਹੀ ਆ ਜਾਂਦਾ ਹੈ ਜਦੋਂ ਅਸੀਂ ਕਸਰਤ ਕਰਦੇ ਹੈਗੇ ਆ इंसुलिन के तो बिना भी। सो ब्लड शुगर लेवल को भी एक कंट्रोल करनी है। फिर आया कि करते हैं वो स्मोक करते हैं उनकी स्मोकिंग हैबिट जैसे ना करते हैं स्मोकिंग हैबिट छड़ सकते हैं। फिर साड़ी जी मानसिक स्थिति है वो बहुत जरूरी है। जो प्रेशर है सारा दिन एक दिन सारा दिन इस तरह खिड़िया सारा दिन इस तरह रहता है और ਤੁਹਾਨੂੰ ਇਹ ਸਾਰਾ ਇਫੈਕਟ ਜਿਹੜਾ ਹੈ ਟੌਕਸਿਨਸ ਦਾ ਕਸਰਤ ਤੋਂ ਹੀ ਮਿਲਦਾ ਹੈਗਾ। ਫਿਰ ਤੁਹਾਡੀ ਜਿਹੜੀ ਥਿੰਕਿੰਗ ਹੈਗੀ ਆ ਸੋਚ ਦੇ ਵਿੱਚ ਬਦਲਾਅ ਆ ਜਾਂਦਾ ਹੈਗਾ, ਤੁਹਾਡੀ ਲਰਨਿੰਗ ਦੇ ਵਿੱਚ ਬਦਲਾਅ ਆ ਜਾਂਦਾ ਹੈਗਾ, ਤੁਹਾਡੀ ਜਿਹੜੀ ਜੱਜਮੈਂਟ ਸਕਿੱਲਸ ਹੈਗੀਆਂ ਆ ਉਹਨਾਂ ਦੇ ਵਿੱਚ ਵੀ ਬਦਲਾਅ ਆ ਜਾਂਦਾ ਹੈਗਾ।
ਫਿਰ ਬਹੁਤ ਸਾਰੇ ਕੈਂਸਰ ਹੈਗੇ ਆ ਜਿਨ੍ਹਾਂ ਨੂੰ ਮਤਲਬ ਤੁਸੀਂ ਕੈਂਸਰਸ ਵੀ ਜਿਹੜੇ ਹੈਗੇ ਆ ਉਹਨਾਂ ਤੋਂ ਵੀ ਨਿਜਾਤ ਤੁਸੀਂ ਕਸਰਤ ਦੇ ਨਾਲ ਪਾ ਸਕਦੇ ਹੈਗੇ ਆ। ਇਹ ਜਿਹੜੇ ਬਜ਼ੁਰਗ ਹੈਗੇ ਆ ਜਿਹੜੇ ਬੈਲੈਂਸਿੰਗ ਐਕਸਰਸਾਈਜ਼ਸ ਕਰਦੇ ਹੈਗੇ ਆ ਉਹਨਾਂ ਨੂੰ ਬਜ਼ੁਰਗਾਂ ਨੂੰ ਮਤਲਬ ਡਿੱਗਣ ਦਾ ਬਹੁਤ ਡਰ ਹੁੰਦਾ ਆ ਕਿ ਜਦੋਂ ਚੱਲਦੇ ਫਿਰਦੇ ਆ ਉਹਨੂੰ ਚੱਕਰ ਆ ਜਾਂਦੇ ਆ ਔਰ ਡਿੱਗਣ ਨੂੰ ਕਰਦੇ ਹੈਗੇ ਆ। ਤੇ ਜਦੋਂ ਕਸਰਤ ਕਰਦੇ ਬੈਲੈਂਸਿੰਗ ਐਕਸਰਸਾਈਜ਼ਸ ਕਰਦੇ ਆ ਉਹਦੇ ਨਾਲ ਉਹਨਾਂ ਦੀ ਸਟੈਬਿਲਿਟੀ ਵੱਧ ਜਾਂਦੀ ਹੈਗੀ ਆ, ਫਲੈਕਸੀਬਿਲਿਟੀ ਵੱਧ ਜਾਂਦੀ ਹੈਗੀ ਆ। ਫਿਰ ਸਾਡੀ ਜਿਹੜੀ ਸਲੀਪ ਹੈਗੀ ਆ ਬਹੁਤ ਵਧੀਆ ਤਰ੍ਹਾਂ ਦੀ ਸਲੀਪ ਜਿਹੜੀ ਹੈਗੀ ਆ, ਨੀਂਦ ਹੈਗੀ ਆ, ਉਹ ਉਹਨਾਂ ਨੂੰ ਇਸ ਕਸਰਤ ਦੇ ਨਾਲ ਹੁੰਦੀ ਹੈਗੀ ਆ। ਫਿਰ ਲੋਕਾਂ ਦੀ ਸੈਕਸੁਅਲ ਹੈਲਥ ਜਿਹੜੀ ਹੈ ਉਹ ਵੀ ਬਹੁਤ ਇੰਪਰੂਵ ਹੁੰਦੀ ਹੈਗੀ ਆ ਕਸਰਤ ਦੇ ਕਰਕੇ। ਫਿਰ ਇੱਕ ਜਿਹੜੇ ਲੋਕ ਕਸਰਤ ਕਰਦੇ ਹੈਗੇ ਆ ਜਦੋਂ ਉਹਨਾਂ ਨੂੰ ਕਾਫੀ ਤਰ੍ਹਾਂ ਦੀਆਂ ਬਿਮਾਰੀਆਂ ਨਹੀਂ ਹੁੰਦੀਆਂ ਤਾਂ ਉਹਨਾਂ ਦੀ ਉਮਰ ਦੇ ਵਿੱਚ ਵੀ ਵਾਧਾ ਹੁੰਦਾ ਹੈ ਕਸਰਤ ਦੇ ਨਾਲ। ਤੇ ਫਿਰ ਜਿੰਨੀਆਂ ਵੀ ਕ੍ਰੋਨਿਕ ਡਿਜ਼ੀਜ਼ਸ ਹੈਗੀਆਂ, ਆਟੋਇਮਿਊਨ ਡਿਜ਼ੀਜ਼ਸ ਹੈਗੀਆਂ, ਉਹਨਾਂ ਨੂੰ ਵੀ ਇਹ ਕਸਰਤ ਜਿਹੜੀ ਹੈ ਘਟਾਉਂਦੀ ਹੈਗੀ ਆ। ਸੋ ਤੁਸੀਂ ਜਿਹੜੀ ਵੀ ਬੋਡੀ ਦਾ ਸਿਸਟਮ ਲੈ ਲਓ, ਹਰ ਸਿਸਟਮ ਦੇ ਵਿੱਚ ਕਸਰਤ ਦਾ ਯੋਗਦਾਨ ਹੈਗਾ ਆ ਔਰ ਇਸ ਲਈ ਹੀ ਕਸਰਤ ਨੂੰ ਬਹੁਤ ਪਹਿਲੀ ਤਰਜੀਹ ਦੇਣੀ ਚਾਹੀਦੀ ਹੈਗੀ ਆ ਆਪਣੀ ਹੈਲਥ ਨੂੰ ਕਾਇਮ ਰੱਖਣ ਲਈ। ਸੋ ਮੈਂ ਤਾਂ ਇਹੀ ਰਿਕੁਐਸਟ ਕਰਦਾ ਹੈਗਾ ਕਿ ਜਿਹੜੇ ਕਸਰਤ ਨਹੀਂ ਕਰਦੇ ਉਹਨਾਂ ਨੂੰ ਐਟਲੀਸਟ ਸ਼ੁਰੂ ਜ਼ਰੂਰ ਕਰ ਲੈਣੀ ਚਾਹੀਦੀ ਹੈ ਔਰ ਤਾਂ ਕਿ ਉਹ ਸਾਰੇ ਦੇ ਸਾਰੇ ਫਾਇਦੇ ਜਿਹੜੇ ਹੈਗੇ ਆ ਜਿੰਨੇ ਕਿ ਮੈਂ ਦੱਸੇ ਹੈਗੇ ਆ ਉਹਨਾਂ ਤੋਂ ਇਹ ਲਾਭ ਉਠਾ ਸਕਣ। ਜੀ ਡਾਕਟਰ ਸਾਹਿਬ ਥੈਂਕ ਯੂ। ਔਰ ਡਾਕਟਰ ਸਾਹਿਬ ਜੇ ਆਪਾਂ ਯੋਗਾ ਦੀ ਗੱਲ ਕਰਦੇ ਹਾਂ ਇਹਦਾ ਅਸਲੀ ਮਤਲਬ ਕੀ ਹੈਗਾ ਕਿ ਤਾਂ ਆਪਾਂ ਲੋਕਾਂ ਨੂੰ ਸਮਝਾਈਏ ਕਿ ਹਰ ਰੋਜ਼ ਜਿਹੜੀ ਜੀਵਨ ਚ ਯੋਗਾ ਕਸਰਤ ਐਕਸਰਸਾਈਜ਼ ਇਹ ਕਰਨੀ ਜ਼ਰੂਰੀ ਹੈ, ਕਿਉਂ ਲੋੜ ਹੈ ਇਸ ਚੀਜ਼ ਦੀ? ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਹੁਣੇ ਸਾਰੀਆਂ ਚੀਜ਼ਾਂ ਐਨੂਮਰੇਟ ਕੀਤੀਆਂ, ਜਿੰਨੇ ਫਾਇਦੇ ਐਨੂਮਰੇਟ ਕੀਤੇ ਹੈਗੇ ਆ ਉਹਦਾ ਮਤਲਬ ਹੀ ਇਹ ਹੈ ਕਿ ਜਦੋਂ ਅਸੀਂ ਕਸਰਤ ਜਾਂ ਯੋਗਾ ਜਾਂ ਐਕਸਰਸਾਈਜ਼ਸ ਕਰਦੇ ਹੈਗੇ ਆ ਤਾਂ ਇਹਨਾਂ ਸਾਰਿਆਂ ਦੇ ਵਿੱਚ ਸਾਨੂੰ ਫਾਇਦਾ ਹੁੰਦਾ ਹੈਗਾ। ਯੋਗਾ ਇੱਕ ਐਸੀ ਪद्धਤੀ ਹੈ ਜਿਹੜੀ ਕਿ ਬਹੁਤ ਸਾਡੇ ਪੁਰਾਣੇ ਸਮੇਂ ਤੋਂ ਐਂਸ਼ੀਅੰਟ ਪ੍ਰੈਕਟਿਸ ਹੈਗੀ ਆ ਕਿ ਇਹਦੇ ਨਾਲ ਵੀ ਸਾਡੀ ਜਿਹੜੀ ਸਟਰੈਂਥ ਹੈਗੀ ਆ ਉਹ ਵੱਧਦੀ ਹੈਗੀ ਆ, ਸਾਡੀ ਅਵੇਅਰਨੈਸ ਜਿਹੜੀ ਹੈਗੀ ਆ ਉਹ ਬਹੁਤ ਵੱਧਦੀ ਹੈਗੀ ਆ ਤੇ ਇਹ ਸਾਡੇ ਮਾਈਂਡ ਤੇ ਬਾਡੀ ਨੂੰ ਮਤਲਬ ਜੋੜਦੀ ਹੈਗੀ। ਯੋਗਾ ਦਾ ਮਤਲਬ ਜੋੜਨਾ ਹੈਗਾ ਕਿ ਮਾਈਂਡ ਔਰ ਬਾਡੀ, ਕਿਉਂਕਿ ਇੱਕ ਚੀਜ਼ ਹੋਰ ਦੇਖਣ ਦੇ ਵਿੱਚ ਆਈ ਹੈ ਕਿ ਜਿਹੜਾ ਤੁਹਾਡਾ ਮਾਈਂਡ ਹੈਗਾ ਆ ਉਹ ਤੁਹਾਡੇ 95% ਅਸਰ ਕਰਦਾ ਹੈ, ਜਿਹੜੀ ਸਟ੍ਰੈਟਜੀ ਹੈਗੀ ਆ ਉਹ ਤਾਂ ਸਿਰਫ 5% ਅਸਰ ਕਰਦੀ ਹੈਗੀ ਆ। ਅਗਰ ਤੁਹਾਡਾ ਮਾਈਂਡ ਸਹੀ ਹੈਗਾ ਤੇ ਤੁਹਾਨੂੰ ਕੋਈ ਦੁਨੀਆ ਦੀ ਕੋਈ ਵੀ ਤੁਸੀਂ ਮਤਲਬ ਚੀਜ਼ ਕਰਨੀ ਚਾਹੋ ਤੇ ਤੁਸੀਂ ਉਹ ਕਰ ਸਕਦੇ ਹੈਗੇ ਆ। ਉਹਦੇ ਵਿੱਚ ਐਕਸਰਸਾਈਜ਼ ਦਾ ਨਹੀਂ ਹੈ, ਸਿਰਫ ਕੋਈ ਵੀ ਚੀਜ਼ ਜਿਹੜੀ ਤੁਸੀਂ ਸਕਸੈਸ ਲੈਣਾ ਚਾਹੁੰਦੇ ਆ ਤੁਸੀਂ ਆਪਣੀ ਲਾਈਫ ਦੇ ਵਿੱਚ ਲੈ ਸਕਦੇ ਆ ਅਗਰ ਤੁਸੀਂ ਆਪਣਾ ਮਾਈਂਡ ਸਹੀ ਰੱਖਿਆ ਹੈਗਾ। ਸੋ ਇਸ ਕਰਕੇ ਇਹ ਜਿਹੜੀ ਯੋਗਾ ਦੀ ਪ੍ਰੈਕਟਿਸ ਹੈਗੀ ਆ ਤੇ ਇਹਦੇ ਵਿੱਚ ਤੁਸੀਂ ਸਾਰੇ ਆਸਣ ਹੁੰਦੇ ਹੈਗੇ ਆ, ਇਹਦੇ ਵਿੱਚ ਐਕਸਰਸਾਈਜ਼ਸ ਹੈਗੀਆਂ, ਇਹਦੇ ਵਿੱਚ ਪ੍ਰਾਣਾਯਾਮ ਬਰੀਥਿੰਗ ਐਕਸਰਸਾਈਜ਼ਸ ਹੁੰਦੀਆਂ ਹੈਗੀਆਂ, ਇਹਦੇ ਵਿੱਚ ਮੈਡੀਟੇਸ਼ਨ ਵੀ ਹੁੰਦੀ ਹੈ, ਸਾਧਨਾ ਹੁੰਦੀ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਮਿਲਾ ਕੇ ਯੋਗਾ ਬਣਦੇ। ਜਿਹੜੇ ਅੱਜ ਕੱਲ ਜਿਹੜੇ ਯੋਗਾ ਦਾ ਅਰਥ ਲੋਕ ਸਮਝਦੇ ਆ ਉਹ ਸਿਰਫ ਆਸਣ ਸਮਝਦੇ ਆ ਕਿ ਤੁਸੀਂ ਆਪਣੇ ਬਾਡੀ ਨੂੰ ਇਸ ਤਰ੍ਹਾਂ ਘੁਮਾ ਲਓ, ਇੱਧਰ ਘੁਮਾ ਲਓ। ਇਹ ਯੋਗਾ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਚੀਜ਼ ਹੈਗੀ ਆ ਜਿਹੜੀ ਕਿ ਬਾਡੀ ਮਾਈਂਡ ਔਰ ਤੁਹਾਡਾ ਜਿਹੜਾ ਨੇਚਰ ਹੈ, ਬਿਹੇਵੀਅਰ ਹੈ, ਤੁਹਾਡਾ ਰਹਿਣ ਸਹਿਣ ਹੈ, ਉਹਦੇ ਉੱਤੇ ਸਾਰੇ ਦੇ ਉੱਤੇ ਯੋਗਾ ਕੰਮ ਕਰਦੀ ਹੈਗੀ ਆ। ਇਹ ਸਿਰਫ ਤੁਹਾਡੇ ਆਸਨਾਂ ਦੇ ਆਸਣ ਤਾਂ ਇੱਕ ਉਹਦੀ ਬਾਡੀ ਹੈ, ਇੱਕ ਬਾਡੀ ਹੈ ਆਸਣ ਦੀ। ਬਾਕੀ ਜੋ ਚੀਜ਼ਾਂ ਅਸੀਂ ਬਾਕੀ ਚੀਜ਼ਾਂ ਨੂੰ ਤਾਂ ਇਗਨੋਰ ਕਰ ਦਿੰਦੇ ਆ, ਸਿਰਫ ਆਸਣ ਜਿਹੜੀ ਐਕਸਰਸਾਈਜ਼ ਹੈ ਉਹਨੂੰ ਵੀ ਅਸੀਂ ਇੰਪੋਰਟੈਂਸ ਦਿੰਦੇ ਹੈਗੇ। ਮੇਰਾ ਕਹਿਣਾ ਹੈ ਕਿ ਸਾਨੂੰ ਯੋਗਾ ਨੂੰ ਐਜ਼ ਏ ਹੋਲ ਬਾਡੀ ਸਿਸਟਮ ਦੇ ਨਾਲ ਦੇਖਣਾ ਚਾਹੀਦਾ ਹੈਗਾ ਤੇ ਇਹਦੇ ਨਾਲ ਤੁਹਾਡੀ ਜਿਹੜੀ ਸਟ੍ਰੈਚਿੰਗ ਹੈਗੀ ਆ, ਤੁਹਾਡੀ ਰਿਲੈਕਸੇਸ਼ਨ ਹੈਗੀ ਆ, ਦਿਮਾਗ ਦੀ ਬੜੀ ਫਲੈਕਸੀਬਿਲਿਟੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਇਹ ਯੋਗਾ ਦੇ ਨਾਲ ਯੋਗਾ ਮਤਲਬ ਬੈਸਟ ਹੈ ਜਿਹੜੇ ਕਿ ਬਹੁਤ ਹੀ ਸਾਰੀਆਂ ਪ੍ਰੋਬਲਮਸ ਤੋਂ ਜਿਹੜੇ ਸਾਨੂੰ ਲੜਨ ਦੀ ਸ਼ਕਤੀ ਮਿਲਦੇ ਆ। ਜਿਹੜਾ ਸਾਡੀ ਇਮਿਊਨਿਟੀ ਹੈ, ਇਮਿਊਨਿਟੀ ਦੇ ਲਈ
ਕਈ ਤਰ੍ਹਾਂ ਦੀਆਂ ਯੋਗ ਆਸਨ ਹੈਗੇ ਆ ਜਿਹੜੇ, ਇੱਕ ਤਾਂ ਮੈਂ ਤੁਹਾਨੂੰ ਇਹ ਦੱਸਿਆ ਹੈਗਾ ਕਿ ਯੋਗਾ ਇੱਕ ਸਿਰਫ ਐਕਸਰਸਾਈਜ਼ ਹੀ ਨਹੀਂ ਹੈ, ਆ ਗਿਆ ਪਰ ਕੀ ਲਿਆਉਣਾ ਤੈਨੂੰ ਪਤਾ ਨਹੀਂ ਹੈ। ਬੋਡੀ ਮਾਈਂਡ ਤੇ ਤੇ ਆ ਇੱਧਰ ਦੇਖ ਲੈ ਫਿਰ ਸਾਰਾ ਅਸਰ ਕਰਦਾ ਉਹ ਲੈ ਕੇ ਨਹੀਂ ਪਤੰਜਲੀ ਇਹ ਇਸ ਲਈ ਹਰੀ ਇਹ ਸਾਨੂੰ ਐਜ਼ ਏ ਗੋਲ ਦੇਖਣਾ ਚਾਹੀਦਾ ਹੈ। ਥੋੜੇ ਆਸਨ ਹੈਗੇ ਆ ਜਿੱਦਾਂ ਸ਼ਲਭ ਆਸਨਾ ਹੈ, ਜਿਹਨੂੰ ਅਸੀਂ ਲੋਟਸ ਪੋਜ਼ ਕਹਿੰਦੇ ਦੇਖ ਲਈਏ ਉਹ ਬਹੁਤ ਠੀਕ ਹੈਗਾ ਆ। ਫਿਰ ਅੰਜਨੇਯਾ ਆਸਨਾ ਹੈ, ਅੰਜਨੇਯਾ ਆਸਨਾ ਹੈ, ਗੋਲ ਲੰਜ ਪੋਜ਼ ਹੈ। ਫਿਰ ਤੀਸਰਾ ਹੈਗਾ ਆ ਬੱਧ ਆਸਨਾ, ਜਿਹੜਾ ਕਿ ਕ੍ਰੋ ਪੋਜ਼ ਹੈ। ਫਿਰ ਇੱਕ ਹੈਗਾ ਟਡ ਆਸਨਾ, ਇਹ ਵੀ ਇੱਕ ਮਾਊਂਟੇਨ ਪੋਜ਼ ਹੈਗਾ ਆ। ਇੱਕ ਰੂਪਾ ਚਤਰੰਗਾ ਦੰਡ ਆਸਨਾ ਹੈ, ਇੱਕ ਫੋਰ ਲਿੰਬਡ ਸਟਾਰ ਪੋਜ਼ ਔਰ ਐਲਬੋਜ਼ ਦੇ ਨਾਲ ਹੈ। ਇਹ ਸਾਰੇ ਜਿਹੜੇ ਆਸਨ ਹੈਗੇ ਆ, ਇਹ ਤਾਂ ਬੜੇ ਲੰਬੇ ਇਹਨਾਂ ਦੇ ਪ੍ਰੋਨੰਸੀਏਸ਼ਨ ਹੈਗੇ ਆ। ਇਹ ਤਾਂ ਸਿਰਫ ਜਦੋਂ ਤੁਸੀਂ ਕਰਦੇ ਹੈਗੇ ਆ ਜਾਂ ਸਿਖਾਉਣੇ ਹੈਗੇ ਆ, ਉਦੋਂ ਲੋਕਾਂ ਨੂੰ ਪਤਾ ਲੱਗ ਸਕਦਾ ਹੈ ਕਿ ਇਹ ਕੀ ਚੀਜ਼ ਹੈਗੀ ਆ। ਸਿਖਾ ਕੇ ਡੈਮੋਨਸਟ੍ਰੇਸ਼ਨ ਦੇ ਕੇ ਫਿਰ ਇਹਨਾਂ ਦੇ ਨਾਲ ਤੁਸੀਂ ਅੱਛੀ ਤਰ੍ਹਾਂ ਮਤਲਬ ਸਮਝ ਸਕਦੇ ਹੋ। ਸਿਰਫ ਨਾਮ ਤੋਂ ਤੁਹਾਨੂੰ ਇਹਦੇ ਬਾਰੇ ਕੋਈ ਜ਼ਿਆਦਾ ਪਤਾ ਨਹੀਂ ਲੱਗ ਸਕਦਾ। ਔਰ ਇਹ ਜਿਹੜੇ ਆਸਨ ਹੈਗੇ ਆ, ਇਹ ਸਾਡੀ ਇਮਿਊਨਿਟੀ ਨੂੰ ਬੂਸਟ ਕਰਦੇ ਆ। ਜਦੋਂ ਸਾਡੀ ਇਮਿਊਨਿਟੀ ਬੂਸਟ ਹੋਏਗੀ ਤਾਂ ਕੋਈ ਕਿਸੇ ਵੀ ਤਰ੍ਹਾਂ ਦੀ ਸਾਡੀ ਬਿਮਾਰੀ ਜਿਹੜੀ ਹੈ ਉਹਨੂੰ ਲੜਨ ਦੀ ਸ਼ਕਤੀ ਸਾਡੇ ਸਰੀਰ ਦੇ ਵਿੱਚ ਆ ਜਾਂਦੀ ਹੈ। ਜੀ ਡਾਕਟਰ ਸਾਹਿਬ, ਔਰ ਜਿਨ੍ਹਾਂ ਲੋਕਾਂ ਨੇ ਹਾਲੇ ਤੱਕ ਜਿਹੜੇ ਯੋਗਾ ਔਰ ਐਕਸਰਸਾਈਜ਼ਸ ਹੈ ਹਾਲੇ ਤੱਕ ਸ਼ੁਰੂ ਨਹੀਂ ਕੀਤੇ ਹੈਗੇ ਜਾਂ ਕਹਿੰਦੇ ਆਪਾਂ ਬਿਗਨਰਸ ਹੈਗੇ ਆ, ਤੇ ਉਹਨਾਂ ਨੂੰ ਆਪਾਂ ਕਿਵੇਂ ਗਾਈਡ ਕਰੀਏ ਕਿ ਉਹ ਇਹਨਾਂ ਨੂੰ ਆਪਣੇ ਮਤਲਬ ਰੈਗੂਲਰ ਰੱਖ ਸਕਣ, ਅਗਰ ਵਧੀਆ ਕੰਮ ਮਤਲਬ ਡਿਸਟਰੈਕਟ ਨਾ ਹੋਣ। ਸਭ ਤੋਂ ਪਹਿਲਾਂ ਇਹ ਹੈ ਕਿ ਉਹਨਾਂ ਨੂੰ ਸ਼ੁਰੂ ਕਰਨਾ ਹੈ। ਸ਼ੁਰੂ ਕਰਨ ਦੇ ਨਾਲ ਇੱਕ ਅਵੇਅਰਨੈਸ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਹੈ। ਜਿੰਨਾ ਚਿਰ ਲੋਕਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਇਹ ਜੋ ਅਸੀਂ ਯੋਗਾ ਜਾਂ ਐਕਸਰਸਾਈਜ਼ ਕਰਨੀ ਹੈ ਉਹਦੇ ਫਾਇਦੇ ਕੀ ਹੈ। ਜਿਸ ਤਰ੍ਹਾਂ ਹੁਣ ਅੱਜ ਆਪਾਂ ਇਹਦਾ ਮਤਲਬ ਵੀ ਇਹੀ ਹੈ ਕਿ ਅਸੀਂ ਲੋਕਾਂ ਨੂੰ ਦੱਸੀਏ ਕਿ ਇਸ ਐਕਸਰਸਾਈਜ਼ ਔਰ ਯੋਗਾ ਦੇ ਕੀ ਫਾਇਦੇ ਹੈ। ਯੋਗਾ ਦੇ ਫਾਇਦੇ ਸਮਝ ਜਾਣਗੇ, ਇੱਥੇ ਮੈਂ ਕਹਿੰਦਾ ਬਹੁਤ ਘੱਟ ਹੈ। ਆਪਣੀ ਹੈਲਥ ਦੇ ਲਈ ਖਿਆਲ ਕਰਨਗੇ। ਤੇ ਇੱਕ ਵਾਰੀ ਤੁਸੀਂ ਕੋਈ ਵੀ ਐਕਸਰਸਾਈਜ਼ ਸ਼ੁਰੂ ਕਰ ਲਓ ਤੇ ਫਿਰ ਤੁਸੀਂ ਉਹਦਾ ਮਜ਼ਾ ਜੋ ਹੈ, ਜੋ ਉਹਦੇ ਫਾਇਦੇ ਹੈਗੇ ਆ, ਫਿਰ ਉਹ ਤੁਹਾਨੂੰ ਉਸ ਤੋਂ ਮਤਲਬ ਬਚਤ ਨਹੀਂ ਰੱਖਦੀ। ਫਿਰ ਉਹ ਤੁਹਾਨੂੰ ਹਮੇਸ਼ਾ ਮਤਲਬ ਸਵੇਰੇ ਤੁਹਾਡੇ ਮਨ ਦੇ ਵਿੱਚ ਹੁੰਦਾ ਕਿ ਅੱਜ ਕੁਝ ਛੁੱਟ ਗਿਆ ਹੈਗਾ, ਕੋਈ ਚੀਜ਼ ਖਾਲੀ ਹੋ ਗਈ ਆ ਮਿਹਨਤ ਕਰਨੇ ਦੀ। ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੱਸਦਾ ਹਾਂ ਕਿ ਜਦੋਂ ਅੱਜ ਤੋਂ ਕੋਈ 37-38 ਸਾਲ ਪਹਿਲਾਂ ਜਦੋਂ ਮੈਂ ਸ਼ੁਰੂ ਕੀਤੀ ਆ ਐਕਸਰਸਾਈਜ਼ ਸਵੇਰ ਦੀ ਵਾਕਿੰਗ, ਤਾਂ ਉਸ ਵੇਲੇ ਮੈਂ ਆਪਣੇ ਮਨ ਦੇ ਵਿੱਚ ਇਹ ਇੱਕ ਦ੍ਰਿੜ ਨਿਸ਼ਚਾ ਕਰ ਲਿਆ ਸੀ ਕਿ ਜਿੱਦਣ ਮੈਂ ਖਾਣਾ ਖਾਣਾ ਉਦੋਂ ਮੈਂ ਐਕਸਰਸਾਈਜ਼ ਕਰਨੀ ਹੈ, ਜਿੱਦਣ ਐਕਸਰਸਾਈਜ਼ ਨਹੀਂ ਕਰਨੀ ਉਦੋਂ ਖਾਣਾ ਨਹੀਂ ਖਾਣਾ। That was my ਸ਼ੁਰੂਆਤ ਮੇਰੀ ਇਸ ਤਰ੍ਹਾਂ ਹੋਈ ਸੀ ਕਿ ਜੇ ਮੈਂ ਆਪਣੇ ਮਨ ਨੂੰ ਮੇਰੇ ਸਮਝਾ ਲਿਆ ਕਿ ਜੇ ਮਨਾ ਜੇ ਤੂੰ ਖਾਣਾ ਖਾਣਾ ਹੈ ਤਾਂ ਤੂੰ ਐਕਸਰਸਾਈਜ਼ ਤੇ ਜਾਣਾ ਹੈ, ਜੇ ਨਹੀਂ ਐਕਸਰਸਾਈਜ਼ ਤੇ ਗਿਆ ਤਾਂ ਤੂੰ ਖਾਣਾ ਨਹੀਂ ਖਾਣਾ। ਔਰ ਮੇਰਾ ਖਿਆਲ ਆ ਕਿ ਉਸ ਦਿਨ ਤੋਂ ਬਾਅਦ ਨਾ ਮੈਂ ਖਾਣਾ ਛੱਡਿਆ ਤੇ ਨਾ ਮੈਂ ਕਸਰਤ ਛੱਡੀ। ਸੋ ਉਸ ਦਿਨ ਤੋਂ ਬਾਅਦ ਇਹ ਕਦੀ ਵੀ ਨਹੀਂ ਹੋ ਸਕਿਆ ਕਿ ਅਸੀਂ ਮਤਲਬ ਐਕਸਰਸਾਈਜ਼ ਨਹੀਂ ਜਾਏ ਨਹੀਂ ਜਾਏ ਤੇ ਮਤਲਬ ਵਾਕਿੰਗ ਤੇ ਸਵੇਰ ਨੂੰ ਜਾਣਾ, 1 ਘੰਟਾ ਤਾਂ ਸਵੇਰੇ ਜ਼ਰੂਰੀ ਹੈਗਾ ਹੀ ਆ ਨਾ ਕਿ ਉਹ ਵਾਕਿੰਗ ਕਰਨੀ ਹੈਗੀ ਆ। ਸੋ ਇਸ ਕਰਕੇ ਇਹ ਜ਼ਰੂਰੀ ਹੈਗਾ ਆ ਕਿ ਮਤਲਬ ਕਸਰਤ ਕਰਨੀ ਜਿਹੜੀ ਹੈਗੀ ਆ ਬਿਗਿਨਰਸ ਲਈ ਬਹੁਤ ਜ਼ਰੂਰੀ ਹੈ। ਔਰ ਮਾਈਂਡ ਸੈਟ ਕਰਨਾ ਬਹੁਤ ਜ਼ਰੂਰੀ ਹੈ। ਅਗਰ ਤੁਹਾਡਾ ਮਾਈਂਡ ਇਸ ਵੱਲ ਲੱਗ ਗਿਆ ਹੈ ਤੇ ਫਿਰ ਤੁਸੀਂ ਇਹਨੂੰ ਛੱਡ ਨਹੀਂ ਸਕਦੇ, ਫਿਰ ਤੁਹਾਡੇ ਲਈ ਇਹ ਜ਼ਰੂਰਤ ਹੋ ਜਾਂਦੀ ਹੈ। ਸੋ ਇਸ ਕਰਕੇ ਤੁਸੀਂ ਸ਼ੁਰੂ ਕਰੋ ਔਰ ਬਾਅਦ ਦੇ ਵਿੱਚ ਫਿਰ ਤੁਸੀਂ ਇਹਨੂੰ ਛੱਡ ਨਹੀਂ ਸਕਦੇ। ਇਹ ਜ਼ਰੂਰੀ ਹੈ ਕਿਉਂਕਿ ਇਹਦੇ ਇਫੈਕਟ ਇੰਨੇ ਹੋ ਜਾਂਦੇ ਆ ਕਿ ਜਦੋਂ ਤੁਹਾਡੇ ਸ਼ੁਰੂ ਕਰ ਦਿੰਦੇ ਹੈਗੇ ਆ ਤਾਂ ਉਸ ਤੋਂ ਬਾਅਦ ਸਾਰਾ ਦਿਨ ਫਿਰ ਤੁਹਾਨੂੰ ਏਦਾਂ ਤੁਹਾਡਾ ਰਹਿੰਦਾ ਮਨ ਖਿੜਿਆ ਰਹਿੰਦਾ ਆ ਕਿ ਤੁਹਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਰਹਿੰਦੀ ਹੈ। ਜੀ ਮਤਲਬ ਤੁਹਾਡੇ ਕਹਿਣ ਦਾ ਕਿ ਸਾਨੂੰ ਇੱਕ
ਆਪਣਾ ਜਿਹੜਾ ਮੋਟਿਵ ਬਣਾਉਣਾ ਬਿਲਕੁਲ ਚਾਹੀਦਾ ਬਿਲਕੁਲ ਵੀ ਚਾਹੇ ਉਹਦੇ ਲਈ ਸਾਨੂੰ ਕੁਝ ਵੀ ਕਰਨਾ ਪਵੇ ਕਿ ਚਾਹੇ ਇਹਨੂੰ ਪ੍ਰਾਇੋਰਟੀ ਦੇਣੀ ਪੈਂਦੀ ਪ੍ਰਾਇੋਰਟੀ ਦੇ ਦਿੱਤਾ ਜੀ ਨਾ ਕਿ ਜਿਵੇਂ ਆਪਾਂ ਖਾਣੇ ਨੂੰ ਜਾਂ ਹਰ ਚੀਜ਼ ਨੂੰ ਟਾਈਮ ਦਿੰਦੇ ਆ ਤੇ ਇਹ ਵੀ ਸਾਨੂੰ ਆਪਣੇ ਜੀਵਨ ਦਾ ਇੱਕ ਹਿੱਸਾ ਬਣਾਉਣਾ ਪੈਂਦਾ ਕਿਉਂਕਿ ਸਾਨੂੰ ਪਤਾ ਹੈ ਕਿ ਅਸੀਂ ਮਾਰਨਿੰਗ ਉੱਠਦੇ ਆ ਫਿਰ ਅਸੀਂ ਖਾਣਾ ਖਾਣਾ ਹੈ ਫਿਰ ਅਸੀਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਮਾਰਨਿੰਗ ਦੇ ਵਿੱਚ ਕਰੋ। ਵੈਸੇ ਤਾਂ ਸਟੱਡੀਜ਼ ਇਹ ਕਹਿੰਦੀਆਂ ਕਿ ਤੁਸੀਂ ਅਗਰ ਅੱਧਾ ਘੰਟਾ ਕਸਰਤ ਕਰਦੇ ਹੈਗੇ ਆ, ਵਾਕਿੰਗ ਕਰਦੇ ਹੈਗੇ ਆ, ਤੁਸੀਂ 10-10 ਮਿੰਟ ਵੀ ਸਵੇਰੇ ਦੁਪਹਿਰੇ ਸ਼ਾਮੀ ਕਰ ਸਕਦੇ ਹੋ, ਉਹਦੇ ਨਾਲ ਵੀ ਤੁਹਾਨੂੰ ਉਨੇ ਹੀ ਫਾਇਦੇ ਹੁੰਦੇ ਆ। ਟਾਈਮ ਦੀ ਜਿਹੜੀ ਹੈਗੀ ਆ, ਅਗਰ ਤੁਹਾਨੂੰ ਇੱਕ ਵਾਰੀ ਇਹਦਾ ਮਤਲਬ ਨਸ਼ਾ ਲੱਗ ਗਿਆ ਤੇ ਫਿਰ ਤੁਸੀਂ ਇਹਨੂੰ ਛੱਡ ਨਹੀਂ ਸਕਦੇ ਕਿਉਂਕਿ ਇਹਦੇ ਫਾਇਦੇ ਹੀ ਇੰਨੇ ਹੈਗੇ। ਤੇ ਡਾਕਟਰ ਜਿਵੇਂ ਹੁਣ ਆਪਾਂ ਮਾਰਨਿੰਗ ਦੇ ਵਿੱਚ ਤਾਂ ਕਰਦੇ ਆ, ਲੇਕਿਨ ਸਟੱਡੀਜ਼ ਕਈ ਇਹ ਵੀ ਦੱਸਦੇ ਹੈਗੇ ਕਿ ਇਵਨਿੰਗ ਵੀ ਕਰ ਸਕਦੇ ਆ, ਲੇਕਿਨ ਸਭ ਤੋਂ ਜ਼ਿਆਦਾ ਬੈਨੀਫਿਸ਼ੀਅਲ ਅਗਰ ਇਹ ਤਾਂ ਮਾਰਨਿੰਗ ਚ ਹੁੰਦਾ ਹੈ ਤੇ ਇਹਦੇ ਪਿੱਛੇ ਕੀ ਹਾਂ ਨਹੀਂ ਹੁਣ ਜਿਹੜੀਆਂ ਸਟੱਡੀਜ਼ ਆਈਆਂ ਆ ਉਹਦੇ ਵਿੱਚ ਇਹ ਆਇਆ ਹੈ ਕਿ ਜਿਹੜੀ ਈਵਨਿੰਗ ਹੈਗੀ ਆ ਉਹ ਜਿਹੜੀ ਐਕਸਰਸਾਈਜ਼ ਹੈਗੀ ਆ ਦੈਟ ਇਜ਼ ਮੋਰ ਬੈਨੀਫਿਸ਼ੀਅਲ। ਉਹਦੇ ਵਿੱਚ ਜ਼ਿਆਦਾ ਜਿਹੜੀ ਲੇਟੈਸਟ ਸਟੱਡੀਜ਼ ਦੇ ਵਿੱਚ ਆਈਆਂ ਕਿ ਜਿਹੜੀ ਈਵਨਿੰਗ ਐਕਸਰਸਾਈਜ਼ ਹੈਗੀ ਆ ਉਹ ਮਾਰਨਿੰਗ ਨਾਲੋਂ ਜ਼ਿਆਦਾ ਇੰਪੋਰਟੈਂਟ ਹੈ। ਸੋ ਇਸ ਲਈ ਤੁਸੀਂ ਮਾਰਨਿੰਗ ਔਰ ਈਵਨਿੰਗ ਦੋਨਾਂ ਵੇਲੇ ਕਰ ਸਕਦੇ ਹੋ। 10-10 ਮਿੰਟ ਕਰਨੀ ਹੈ 10-10 ਮਿੰਟ ਕਰ ਲਓ, ਜਾਂ ਸਵੇਰੇ ਕਰਨੀ ਹੈ ਸਵੇਰੇ ਕਰ ਲਓ, ਜਾਂ ਸ਼ਾਮੀ ਕਰ ਲਓ, ਕਰੋ ਸਹੀ, ਸ਼ੁਰੂ ਕਰੋ। ਇੱਕ ਵਾਰੀ ਤੁਸੀਂ ਸ਼ੁਰੂ ਕਰ ਦਿੱਤਾ ਫਿਰ ਤੁਸੀਂ ਉਹਦੇ ਮਜ਼ੇ ਲੈ ਸਕਦੇ ਹੋ। ਤੁਸੀਂ ਡਾਕਟਰ ਸਾਹਿਬ ਦੀ ਐਗਜ਼ਾਮਪਲ ਸੁਣੀ ਹੈਗੀ ਆ ਕਿ ਕਿਵੇਂ ਉਹਨਾਂ ਨੇ ਆਪਣਾ ਇੱਕ ਮੋਟਿਵ ਬਣਾਇਆ ਸੀਗਾ ਕਿ ਜਿੱਦਾਂ ਯੋਗਾ ਕਰਨਾ ਹੈ ਖਾਣਾ ਵੀ ਉਦਾਂ ਹੀ ਖਾਣਾ ਹੈ, ਅਦਰਵਾਈਜ਼ ਅਗਰ ਤੁਸੀਂ ਯੋਗਾ ਨਹੀਂ ਕੀਤਾ ਤਾਂ ਖਾਣਾ ਨਹੀਂ ਖਾਣਾ। ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਦਾਂ ਦਾ ਮੋਟਿਵ ਜ਼ਰੂਰ ਆਪਣੇ ਆਪ ਨੂੰ ਇਨਸਪਾਇਰ ਕਰੋ ਕਿ ਜਿਵੇਂ ਬਾਕੀ ਰੂਟੀਨ ਹੈਗੇ ਆ ਇਹ ਰੂਟੀਨ ਵੀ ਐਜ਼ ਇਟ ਇਜ਼ ਹੀ ਸਾਡੇ ਰੈਗੂਲਰ ਬਣ ਜਾਵੇ। ਤੇ ਡਾਕਟਰ ਸਾਹਿਬ ਜਿਵੇਂ ਆਪਾਂ ਐਕਸਰਸਾਈਜ਼ ਤੇ ਯੋਗਾ ਦੀ ਗੱਲ ਕੀਤੀ ਆ, ਇਹਦੇ ਜਿਹੜੇ ਕੋਈ ਵੀ ਸਾਡੀ ਬਾਡੀ ਦੇ ਅੰਦਰ ਕਈ ਲੋਕ ਸਿਰਫ ਬਿਮਾਰ ਆ ਇਸ ਕਰਕੇ ਉਹ ਆਪਣਾ ਇਹਨੂੰ ਰੈਗੂਲਰ ਕਰਦੇ ਹੈਗੇ, ਕਿੰਨੇ ਟਾਈਮ ਤੱਕ ਉਹਨਾਂ ਨੂੰ ਰਿਜ਼ਲਟ ਮਿਲਣੇ ਸ਼ੁਰੂ ਹੋ ਜਾਂਦੇ ਆ ਇਸ ਤੋਂ ਬਾਅਦ? ਜਿਹੜੇ ਵੈਸੇ ਤਾਂ ਜਿਹੜੇ ਨਾਰਮਲ ਆਦਮੀ ਹੈ ਉਹਨਾਂ ਨੂੰ ਤਾਂ ਨਾਲੋਂ ਨਾਲ ਹੀ ਰਿਜ਼ਲਟ ਮਿਲਣੇ ਸ਼ੁਰੂ ਹੋ ਜਾਂਦੇ ਹੈਗੇ ਆ। ਜਿਹੜੇ ਬਿਮਾਰ ਹੈਗੇ ਆ ਉਹਨਾਂ ਨੂੰ ਇੱਕਦਮ ਜ਼ਿਆਦਾ ਐਕਸਰਸਾਈਜ਼ ਨਹੀਂ ਕਰਨੀ ਚਾਹੀਦੀ। ਉਹਨਾਂ ਤੇ ਡਿਪੈਂਡ ਕਰਦਾ ਹੈ ਕਿ ਉਹਨਾਂ ਨੂੰ ਕੀ ਪ੍ਰੋਬਲਮ ਹੈਗੀ ਹੈ। ਜਿਹੜੇ ਹਾਰਟ ਦੇ ਪੇਸ਼ੈਂਟ ਹੈਗੇ ਆ ਉਹਨਾਂ ਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਐਕਸਰਸਾਈਜ਼ ਨਹੀਂ ਕਰਨੀ ਚਾਹੀਦੀ। ਜਿਹੜੇ ਹੋਰ ਵੀ ਕਈ ਪੇਸ਼ੈਂਟਸ ਹੈਗੇ ਆ, ਜ਼ਿਆਦਾ ਬਲੱਡ ਪ੍ਰੈਸ਼ਰ ਦੇ ਮਰੀਜ਼ ਹੈਗੇ ਆ, ਜਾਂ ਹੋਰ ਕਈ ਕ੍ਰੋਨਿਕ ਬਿਮਾਰੀਆਂ ਦੇ ਮਰੀਜ਼ ਹੈਗੇ ਆ, ਉਹਨਾਂ ਨੂੰ ਆਪਣੇ ਡਾਕਟਰ ਦੀ ਪਹਿਲਾਂ ਸਲਾਹ ਲੈਣੀ ਚਾਹੀਦੀ ਆ ਕਿ ਉਹਨਾਂ ਨੂੰ ਕਿੰਨੀ ਕੁ ਐਕਸਰਸਾਈਜ਼ ਕਰਨੀ ਆ ਔਰ ਕਿੰਨੀ ਉਹਨਾਂ ਦੀ ਇੰਟੈਂਸਿਟੀ ਹੋਣੀ ਚਾਹੀਦੀ ਹੈ। ਮਤਲਬ ਕਲੀਨ ਚਿੱਟ ਲੈ ਕੇ ਹੀ ਉਹਨਾਂ ਨੂੰ ਐਕਸਰਸਾਈਜ਼ ਸ਼ੁਰੂ ਕਰਨੀ ਚਾਹੀਦੀ ਆ। ਇਹ ਨਹੀਂ ਹੈ ਕਿ ਤੁਸੀਂ ਆਪਣੇ ਮਤਲਬ ਜੇ ਤੁਹਾਨੂੰ ਹਾਰਟ ਦੀ ਪ੍ਰੋਬਲਮ ਹੈਗੀ ਆ ਤੇ ਤੁਸੀਂ ਇੱਕਦਮ ਹੀ ਐਕਸਰਸਾਈਜ਼ ਸ਼ੁਰੂ ਕਰ ਦਿਓ ਤੇ ਉਹਦੇ ਜਿਹੜੇ ਰਿਜ਼ਲਟਸ ਹੈਗੇ ਆ ਉਹ ਕੋਈ ਜ਼ਿਆਦਾ ਅੱਛੇ ਨਾ ਹੋ। ਸੋ ਇਸ ਕਰਕੇ ਜਿਹੜੇ ਲੋਕ ਕਿਸੇ ਬਿਮਾਰੀ ਤੋਂ ਪੀੜਤ ਹੈਗੇ ਆ ਉਹਨਾਂ ਨੂੰ ਮੇਰੀ ਸਲਾਹ ਹੈ ਕਿ ਪਹਿਲਾਂ ਆਪਣੇ ਡਾਕਟਰਸ ਦੇ ਕੋਲੋਂ ਸਲਾਹ ਲੈ ਕੇ ਆਪਣੇ ਆਪ ਨੂੰ ਕਲੀਨ ਚਿੱਟ ਦੇ ਕੇ ਫਿਰ ਹੀ ਐਕਸਰਸਾਈਜ਼ ਸ਼ੁਰੂ ਕਰਨ, ਨਹੀਂ ਤਾਂ ਉਹ ਮਤਲਬ ਆਪਣੇ ਆਪ ਰਿਸਕ ਨਾ ਲੈ। ਜੀ ਡਾਕਟਰ ਸਾਹਿਬ, ਔਰ ਜਿਵੇਂ ਇਹਨਾਂ ਨੇ ਦੇਖਿਆ ਜਾਵੇ ਕਿਹੜੇ ਯੋਗਾ ਔਰ ਕਸਰਤ ਤੇ ਕਿਹੜੀ ਇਦਾਂ ਦੀਆਂ ਐਕਸਰਸਾਈਜ਼ ਆਪਾਂ ਕਰ ਸਕਦੇ ਜਿਹੜੀ ਆਪਾਂ ਰੈਗੂਲਰ ਬੇਸਿਸ ਤੇ ਵੀ ਕਰ ਸਕਦੇ ਹਾਂ? ਜਿਹੜੀ ਮਤਲਬ ਐਕਸਰਸਾਈਜ਼ ਡਿਪੈਂਡ ਕਰਦਾ ਕਿ ਤੁਸੀਂ ਐਕਸਰਸਾਈਜ਼ ਆਪਣੀ ਸਿਹਤ ਲਈ ਕਰ ਰਹੇ ਆ, ਆਪਣੇ ਵਜ਼ਨ ਘਟਾਉਣ ਲਈ ਕਰ ਰਹੇ ਆ, ਜਾਂ ਆਪਣੇ ਕੋਈ ਹੋਰ ਤੁਹਾਨੂੰ ਪ੍ਰੋਬਲਮ ਹੈਗੀ ਆ ਉਹਦੇ ਲਈ ਕਰ ਰਹੇ ਹੈਗੇ। ਤੇ ਤੁਹਾਡੀ ਫਲੈਕਸੀਬਿਲਿਟੀ ਘੱਟ ਹੈਗੀ ਆ, ਤੁਹਾਡੀ ਬੈਲੈਂਸਿੰਗ ਦੀ ਪ੍ਰੋਬਲਮ ਹੈਗੀ ਆ, ਉਹਦੇ ਮੁਤਾਬਕ ਤੁਸੀਂ ਐਕਸਰਸਾਈਜ਼ ਐਡਜਸਟ ਕਰ ਸਕਦੇ ਹੋ। ਜਨਰਲੀ ਮੈਂ ਦੱਸਣਾ ਚਾਹਨਾ ਹੈ ਕਿ ਜਿਹੜੀ ਵਾਕਿੰਗ ਹੈਗੀ ਆ ਉਹ ਸਭ ਤੋਂ ਵਧੀਆ ਮਤਲਬ ਐਕਸਰਸਾਈਜ਼ ਹੈਗੀ ਹੈ, ਜਿਹੜੀ ਬ੍ਰਿਸਕ ਵਾਕਿੰਗ ਹੈਗੀ ਹੈ। ਫਿਰ ਇੱਕ ਹੈ ਹਾਈ ਇੰਟੈਂਸਿਟੀ ਇੰਟਰਵਲ ਟ੍ਰੇਨਿੰਗ, ਉਹਦੇ ਨਾਲ ਤੁਹਾਡਾ ਬਹੁਤ ਸਾਰਾ ਜਿਹੜਾ ਹਾਰਟ ਦਾ ਇੰਡੂਰੈਂਸ ਹੈਗੀ ਆ ਉਹ ਵੀ ਵੱਧ ਜਾਂਦੀ ਹੈਗੀ ਆ, ਤੁਹਾਡੇ weight ਨੂੰ ਵੀ ਕਾਫੀ ਫਾਇਦਾ ਹੁੰਦਾ ਹੈਗਾ ਔਰ ਤੁਹਾਡੀ ਬੋਡੀ ਦੀ ਫਲੈਕਸੀਬਿਲਿਟੀ ਨੂੰ ਵੀ ਕਾਫੀ ਹੁੰਦਾ ਹੈ। ਹਾਈ ਇੰਟੈਂਸਿਟੀ ਇੰਟਰਵਲ ਟ੍ਰੇਨਿੰਗ ਜਿਹੜੀ ਹੈਗੀ ਆ ਉਹਦੇ ਵਿੱਚ ਕੀ ਹੁੰਦਾ ਹੈਗਾ ਆ ਕਿ ਤੁਸੀਂ ਅੱਧਾ ਮਿੰਟ ਬਹੁਤ ਜ਼ਿਆਦਾ ਸਟਰੋਂਗਲੀ ਐਕਸਰਸਾਈਜ਼ ਕਰਦੇ ਹੋ, ਜਿਸ ਤਰ੍ਹਾਂ ਕੋਈ ਜੋਗਿੰਗ ਕਰਦੇ ਹੋ ਤੁਸੀਂ, ਸਟੇਸ਼ਨਰੀ ਜੋਗਿੰਗ ਅੱਧਾ ਮਿੰਟ,
ਅੱਧੇ ਮਿੰਟ ਤੋਂ ਬਾਅਦ ਫਿਰ ਤੁਸੀਂ 1.5 ਮਿੰਟ ਦਾ ਰੈਸਟ ਕਰਦੇ ਹੈਗੇ ਤੇ 1.5 ਮਿੰਟ ਦੀ ਰੈਸਟ ਤੋਂ ਬਾਅਦ ਫਿਰ ਤੁਸੀਂ ਅੱਧਾ ਮਿੰਟ ਉਸੇ ਤਰ੍ਹਾਂ ਬਹੁਤ हेलो ਸੌਰੀ ਆ ਕਿ ਵਿੱਚ ਜਿਹੜਾ ਕੋਈ ਟੈਕਨੀਕਲ ਇਸ਼ੂ ਕਰਕੇ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈਗੀ ਆ ਤੇ ਆਪਾਂ ਆਪਣਾ ਸੈਸ਼ਨ ਕੰਟੀਨਿਊ ਕਰਦੇ ਆ ਅਗਰ ਸੈਸ਼ਨ ਵਿੱਚ ਕਲੋਜ਼ ਹੁੰਦਾ ਹੈ ਜਾਂ ਕਿਉਂਕਿ ਜ਼ੂਮ ਜਿਹੜਾ ਹੈਗਾ 40 ਮਿੰਟਸ ਦਾ ਸੈਸ਼ਨ ਹੁੰਦਾ ਹੈ ਅਗਰ ਕਲੋਜ਼ ਹੁੰਦਾ ਆ ਤੇ ਦੁਬਾਰਾ ਤੁਸੀਂ ਉਹ ਪਲੀਜ਼ ਰੀਜੁਆਇਨ ਕਰ ਸਕਦੇ ਹੋ ਥੈਂਕ ਯੂ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਮੈਂ ਦੱਸ ਰਿਹਾ ਸੀ ਕਿ ਵਾਕਿੰਗ ਜਿਹੜੀ ਹੈ ਉਹ ਬਹੁਤ ਹੀ ਇੰਪੋਰਟੈਂਟ ਐਕਸਰਸਾਈਜ਼ ਹੈ ਵਾਕਿੰਗ ਦੇ ਨਾਲ ਤੁਹਾਨੂੰ ਹਰ ਤਰ੍ਹਾਂ ਦਾ ਫਾਇਦਾ ਹੁੰਦਾ ਹੈ ਫਿਰ ਦੂਸਰੀ ਮੈਂ ਦੱਸ ਰਿਹਾ ਸੀ ਕਿ ਹਾਈ ਇੰਟੈਂਸਿਟੀ ਇੰਟਰਵਲ ਟ੍ਰੇਨਿੰਗ ਹੈਗੀ ਆ ਔਰ ਜਿਹਦੇ ਵਿੱਚ ਕਿ ਅੱਧਾ ਮਿੰਟ ਤੁਸੀਂ ਬਹੁਤ ਜ਼ਿਆਦਾ ਐਕਸਰਸਾਈਜ਼ ਕਰਦੇ ਹੋ ਤੇ ਅੱਧੇ ਮਿੰਟ ਤੋਂ ਬਾਅਦ 1.5 ਮਿੰਟ ਤੁਸੀਂ ਰੈਸਟ ਕਰਦੇ ਹੈਗੇ ਆ ਇਸ ਤਰ੍ਹਾਂ ਦੇ ਤੁਸੀਂ ਤਕਰੀਬਨ 8 ਸੈਸ਼ਨ ਲੈ ਸਕਦੇ ਹੈਗੇ ਆ ਤਕਰੀਬਨ 2 ਮਿੰਟ ਦਾ ਇੱਕ ਸੈਸ਼ਨ ਹੋਇਆ ਅੱਧਾ ਮਿੰਟ ਤੁਸੀਂ ਐਕਸਰਸਾਈਜ਼ ਕਰਨੀ ਹੈ 1.5 ਮਿੰਟ ਤੁਸੀਂ ਰੈਸਟ ਕਰਨੀ ਹੈ 16 ਮਿੰਟ ਦੇ ਵਿੱਚ ਤੁਸੀਂ ਹਾਈ ਇੰਟੈਂਸਿਟੀ ਇੰਟਰਵਲ ਟ੍ਰੇਨਿੰਗ ਤੁਸੀਂ ਕਰ ਲੈਣੀ ਹੈਗੀ ਆ ਔਰ ਉਹਦੇ ਨਾਲ ਤੁਹਾਨੂੰ ਕਾਫੀ ਜਿਹੜੇ ਬਾਡੀ ਦੇ ਵਿੱਚ ਤੁਹਾਡੇ ਹਾਰਟ ਰੇਟ ਦੇ ਵਿੱਚ ਕਾਫੀ ਫਾਇਦਾ ਹੋ ਜਾਂਦਾ ਹੈਗਾ ਫਿਰ ਤੁਸੀਂ ਸਕੁਐਟਸ ਜਿਹੜੀਆਂ ਹੈਗੀਆਂ ਉਹ ਕਰ ਸਕਦੇ ਹੈਗੇ ਆ ਪੁਸ਼-ਅਪਸ ਜਿਹੜੇ ਹੈਗੇ ਆ ਉਹ ਕਰ ਸਕਦੇ ਹੈਗੇ ਆ ਫਿਰ ਐਬਡੋਮੀਨਲ ਕਰੰਚਸ ਹੈਗੇ ਐਬਡੋਮੀਨਲ ਐਕਸਰਸਾਈਜ਼ਸ ਹੈਗੀਆਂ ਉਹ ਕਰ ਸਕਦੇ ਹੈਗੇ ਆ ਇਸ ਤਰ੍ਹਾਂ ਦੀਆਂ ਕੁਝ ਐਕਸਰਸਾਈਜ਼ਸ ਹੈਗੀਆਂ ਜਿਹੜੀਆਂ ਕਿ ਤੁਸੀਂ ਰੂਟੀਨ ਦੇ ਵਿੱਚ ਕਰ ਸਕਦੇ ਆ ਔਰ ਉਹਨਾਂ ਦਾ ਫਾਇਦਾ ਲੈ ਸਕਦੇ ਤੇ ਡਾਕਟਰ ਸਾਹਿਬ ਇੱਕ ਤਾਂ ਗੱਲ ਹੈਗੀ ਆ ਕਿ ਰੈਗੂਲਰ ਯੋਗਾ ਐਕਸਰਸਾਈਜ਼ ਆਪਾਂ ਸੁਜੈਸਟ ਕਰਦੇ ਆ ਕਿ ਹਰ ਕੋਈ ਕਰੇ लेकिन हर चीज ਦੇ pros and cons ਹੁੰਦੇ ਹੀ ਹੈਗੇ ਆ ਜੇ ਕਿਸੇ ਚੀਜ਼ ਦੇ ਮਤਲਬ ਮੈਰਿਟਸ ਹੈਗੇ ਤਾਂ ਉਹਦੇ ਜਿਹੜੇ ਹੈਗੇ ਆ ਡੀਮੈਰਿਟਸ ਵੀ ਹੈਗੇ ਤੇ ਕਿਹੜੇ ਲੋਕ ਇਦਾਂ ਦੇ ਜਿਹੜੇ ਕਿ ਜਿਨ੍ਹਾਂ ਨੂੰ ਆਪਾਂ ਨਹੀਂ ਸੁਜੈਸਟ ਕਰ ਸਕਦੇ ਕਿ ਤੁਸੀਂ ਕੋਈ ਐਕਸਰਸਾਈਜ਼ ਕਰੋ ਜਾਂ ਯੋਗਾ ਨਾ ਕਰੋ ਇੱਕ ਤਾਂ ਉਹ ਹੈ ਜਿਨ੍ਹਾਂ ਨੂੰ ਬਹੁਤ ਕ੍ਰੋਨਿਕ ਬਿਮਾਰੀਆਂ ਹੈ ਬਹੁਤ ਦੇਰ ਦੇ ਬਿਮਾਰ ਹੈਗੇ ਆ ਕ੍ਰੋਨਿਕ ਬਿਮਾਰੀਆਂ ਹੈ ਜਾਂ ਜਿਨ੍ਹਾਂ ਨੂੰ ਕੋਈ acute बीमारी भी हो के हटी है immediate after that उन्होंने नहीं चाहिए फिर जिन्हां दे मसल्स जेडे है जिन्हां ने बहुत ज्यादा एक्सरसाइज फोर्सिबली कर ली है और उन्हां दे मसल्स जेडे है सूर हो गए हैं ਜਾਂ ਜਿਨ੍ਹਾਂ ਦੇ ਵਿੱਚ ਕੋਈ ਉਹਨਾਂ ਦੇ ਮਤਲਬ ਲਿੰਬਸ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ ਜਾਂ ਕੋਈ ਬਹੁਤ ਉਹਨਾਂ ਦੇ ਪ੍ਰੋਬਲਮ ਹੈਗੀ ਆ ਮਤਲਬ ਸਿਸਟੈਮਿਕ ਪ੍ਰੋਬਲਮ ਹੈਗੀ ਆ ਇਨਫੈਕਸ਼ੀਅਸ ਪ੍ਰੋਬਲਮ ਹੈਗੀ ਆ ਜਾਂ ਇਸ ਤਰ੍ਹਾਂ ਦੀ ਕੋਈ ਵੀ ਹੈਗੀ ਆ ਜਾਂ ਜਿਹੜੇ ਬਹੁਤ ਮਤਲਬ ਜਦੋਂ ਐਕਸਰਸਾਈਜ਼ ਕਰਦੇ ਹੈਗੇ ਆ ਤੇ ਉਹਨਾਂ ਨੂੰ ਮਤਲਬ ਹਾਰਟ ਦੀ ਕੋਈ ਪ੍ਰੋਬਲਮ ਹੋ ਜਾਂਦੀ ਹੈਗੀ ਆ ਇਸ ਤਰ੍ਹਾਂ ਦੇ ਜਿਹੜੇ ਪੇਸ਼ੈਂਟਸ ਹੈਗੇ ਆ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਹੈਗਾ ਯੋਗਾ ਜਿਹੜਾ ਹੈ ਉਹ ਰਿਲੇਟਿਵਲੀ ਠੀਕ ਹੈਗਾ ਆ ਪਰ ਯੋਗਿਕ ਐਕਸਰਸਾਈਜ਼ ਵੀ ਜਿਹੜੀਆਂ ਹੈਗੀਆਂ ਆ ਅਗਰ ਉਹ ਤੁਸੀਂ ਠੀਕ ਤਰੀਕੇ ਨਾਲ ਕਰੋ ਔਰ ਆਪਣੇ ਇੰਸਟ੍ਰਕਟਰ ਦੀ ਹੈਲਪ ਦੇ ਨਾਲ ਕਰੋ ਤੇ ਫਿਰ ਠੀਕ ਹੈ ਅਗਰ ਤੁਸੀਂ ਆਪਣੇ ਆਪ ਕਰਦੇ ਹੈਗੇ ਆ ਤੇ ਫਿਰ ਤੁਹਾਨੂੰ ਸ਼ੋਰ ਹੋਣਾ ਚਾਹੀਦਾ ਹੈ ਕਿ ਤੁਹਾਡਾ ਜਿਹੜੇ ਪੋਜ਼ ਹੈਗੇ ਆ ਤੁਹਾਡੀ ਜਿਹੜੀ ਮੂਵਮੈਂਟ ਹੈਗੀ ਆ ਉਹ ਬਿਲਕੁਲ ਸਹੀ ਹੈਗੀ ਆ ਜੇ ਤੁਸੀਂ ਓਵਰਡੂ ਕਰਦੇ ਆ ਜਾਂ ਅੰਡਰਡੂ ਕਰਦੇ ਆ ਤੇ ਉਹਦਾ ਫਾਇਦਾ ਨਹੀਂ ਹੁੰਦਾ ਸੋ ਇਸ ਕਰਕੇ ਇਹ ਸਾਰੇ ਜਿਹੜੇ ਕੋਰਸਸ ਹੈਗੇ ਆ ਜਾਂ ਐਕਸਰਸਾਈਜ਼ਸ ਹੈਗੀਆਂ ਅੰਡਰ ਦੀ ਗਾਈਡੈਂਸ ਆਫ ਇੰਸਟ੍ਰਕਟਰ ਕਰੋ ਤੇ ਬਹੁਤ ਵਧੀਆ ਜੀ ਡਾਕਟਰ ਸਾਹਿਬ ਔਰ ਡਾਕਟਰ ਸਾਹਿਬ ਇਹਦੇ ਵਿੱਚ ਕੋਈ ਏਜ ਲਿਮਿਟ ਵੀ ਆ ਕਿ ਜਿਵੇਂ ਕਿ ਇਹਨਾਂ ਨੂੰ ਬਜ਼ੁਰਗ ਨਹੀਂ ਕਰ ਸਕਦੇ 60 ਸਾਲ ਤੋਂ ਪਲੱਸ ਦੇ ਜਿਹੜੇ ਏਜ ਵਾਲੇ ਲੋਕੀ ਹੈਗੇ ਆ ਉਹ ਇਹਨਾਂ
ਚੀਜ਼ਾਂ ਲਾਈਕ ਜਿਵੇਂ ਯੋਗਾ ਜਾਂ ਕੋਈ ਐਕਸਰਸਾਈਜ਼ ਉਹ ਅਵੋਇਡ ਕਰਨ ਕਿ ਉਹਨਾਂ ਨੂੰ ਕਰਨੀਆਂ ਚਾਹੀਦੀਆਂ? ਨਹੀਂ, ਹਰ ਉਮਰ ਦਾ ਇਨਸਾਨ ਜਿਹੜਾ ਹੈ ਉਹ ਇਹਨਾਂ ਐਕਸਰਸਾਈਜ਼ਸ ਨੂੰ ਕਰ ਸਕਦਾ ਹੈਗਾ। ਔਰ ਜਿਹੜੇ ਮੇਰਾ ਖਿਆਲ ਆ 100 ਸਾਲ ਦੇ ਲੋਕ ਹੈਗੇ ਆ ਉਹ ਵੀ ਐਕਸਰਸਾਈਜ਼ ਕਰਦੇ ਹੈਗੇ ਆ, ਬੱਚੇ ਵੀ ਕਰਦੇ ਹੈਗੇ ਆ। ਹਰ ਇੱਕ ਲਈ ਇਹ ਬਹੁਤ ਜ਼ਰੂਰੀ ਹੈਗਾ ਆ, ਕਿਉਂਕਿ ਸਾਡੀ ਜਿਹੜੀ ਬੋਡੀ ਹੈਗੀ ਆ ਉਹ ਮੂਵਮੈਂਟ ਲਈ ਬਣੀ ਹੈਗੀ। ਅਗਰ ਅਸੀਂ ਮੂਵਮੈਂਟ ਆਪਣੀ ਬੋਡੀ ਨੂੰ ਕਰਦੇ ਰਹਿੰਦੇ ਆ ਤੇ ਸਾਡੀ ਬੋਡੀ ਜਿਹੜੀ ਆ ਉਹ ਮੂਵ ਕਰਦੀ ਹੈਗੀ ਆ। ਜਦੋਂ ਅਸੀਂ ਆਪਣੀ ਬੋਡੀ ਨੂੰ ਮੂਵ ਕਰਨਾ ਹਟਾ ਲਿਆ, ਰੋਕ ਲਿਆ, ਤੇ ਸਾਡੀ ਬੋਡੀ ਉੱਥੇ ਸਥਿਰ ਹੋ ਜਾਂਦੀ ਹੈਗੀ ਆ, ਉਹ ਨਹੀਂ ਫਿਰ ਚੱਲਦੀ ਹੈ। ਜਿੰਨੀ ਵੀ ਸਾਡੇ ਮਸਲਸ ਹੈਗੇ ਆ ਉਹਨਾਂ ਨੂੰ ਵੀ ਅਸੀਂ ਮੂਵ ਕਰਦੇ ਹਾਂ ਤਾਂ ਉਹ ਸਟਰੈਂਥਨਿੰਗ ਹੁੰਦੀ ਆ ਉਹਨਾਂ ਦੀ। ਜੇ ਸਾਡੇ ਜੁਆਇੰਟਸ ਹੈਗੇ ਆ ਉਹਨਾਂ ਦੀ ਵੀ ਲੁਬਰੀਕੇਸ਼ਨ ਜੇ ਅਸੀਂ ਮੂਵ ਕਰਦੇ ਆ ਤਦੇ ਹੀ ਹੁੰਦੀ ਹੈਗੀ ਆ। ਔਰ ਇੱਕ ਚੀਜ਼ ਮੈਂ ਤੁਹਾਨੂੰ ਇੱਥੇ ਹੋਰ ਵੀ ਦੱਸਣੀ ਚਾਹਨਾ ਆ ਕਿ ਜਿੰਨੀਆਂ ਮੌਤਾਂ ਹੁੰਦੀਆਂ ਸੰਸਾਰ ਦੇ ਵਿੱਚ, ਲੋਕ ਤਾਂ ਕਹਿੰਦੇ ਆ ਕਿ ਹਾਰਟ ਡਿਜ਼ੀਜ਼ ਤੇ ਕੈਂਸਰ ਜਿਹੜੇ ਹੈਗੇ ਆ ਉਹ ਸਭ ਤੋਂ ਜ਼ਿਆਦਾ ਮੌਤਾਂ ਕਰਦੇ ਆ, ਪਰ ਸਾਇੰਸ ਨੇ ਇਹ ਹੁਣ ਪ੍ਰੂਵ ਕਰ ਦਿੱਤਾ ਆ ਕਿ ਜਿਹੜੀਆਂ ਸਭ ਤੋਂ ਜ਼ਿਆਦਾ ਮੌਤਾਂ ਹੁੰਦੀਆਂ ਆ ਉਹ ਫਰੇਲਟੀ ਦੇ ਨਾਲ ਹੁੰਦੀਆਂ। ਫਰੇਲਟੀ ਦਾ ਮਤਲਬ ਹੈਗਾ ਕਿ ਜਦੋਂ ਸਾਡੇ ਮਸਲਸ ਔਰ ਸਾਡੇ ਜੁਆਇੰਟਸ ਹੈਗੇ ਆ ਫਰੇਲ ਹੋ ਜਾਂਦੇ ਆ ਔਰ ਵੀਕ ਹੋ ਜਾਂਦੇ ਹੈਗੇ। ਜਿੰਨੇ ਵੀ ਤੁਸੀਂ ਬਜ਼ੁਰਗ ਦੇਖੋ ਉਹਨਾਂ ਦੇ ਜਿਹੜੇ ਮਸਲਸ ਹੈਗੇ ਆ ਉਹ ਬਿਲਕੁਲ ਫਰੇਲ ਹੋ ਜਾਂਦੇ ਆ, ਵੀਕ ਹੋ ਜਾਂਦੇ ਆ, ਚੱਲ ਫਿਰ ਨਹੀਂ ਸਕਦੇ, ਉੱਠ ਨਹੀਂ ਸਕਦੇ ਆਪਣੇ ਆਪ, ਤੇ ਮਸਲ ਵੀਕਨੈਸ ਹੋ ਜਾਂਦੀ ਹੈਗੀ ਆ। ਉਹਦੇ ਕਾਰਨ ਕਈ ਹੋ ਸਕਦੇ ਜਿਹੜੇ ਆਪਾਂ ਬਾਅਦ ਦੇ ਵਿੱਚ ਕਈ ਵਾਰੀ ਡਿਸਕਸ ਕਰ ਸਕਦੇ ਹੈਗੇ ਆ। ਤੇ ਜਿਹੜੀ ਫਰੇਲਟੀ ਹੈਗੀ ਆ ਉਹ ਸਭ ਤੋਂ ਜ਼ਿਆਦਾ ਮੌਤਾਂ ਦਾ ਕਾਰਨ ਹੁੰਦੇ ਆ, ਈਵਨ ਕੈਂਸਰ ਔਰ ਹਾਰਟ ਡਿਜ਼ੀਜ਼ ਤੋਂ ਵੀ ਜ਼ਿਆਦਾ। ਸੋ ਇਸ ਲਈ ਆਪਣੀ ਬੋਡੀ ਨੂੰ ਅਗਰ ਤੁਸੀਂ ਮੂਵਮੈਂਟ ਦੇ ਵਿੱਚ ਰੱਖੋਗੇ, ਐਕਸਰਸਾਈਜ਼ ਦੇ ਵਿੱਚ ਰੱਖੋਗੇ, ਆਪਣੇ ਮਸਲਸ ਨੂੰ ਸਟਰੈਂਥ ਦਿਓਗੇ ਤੇ ਤਦੇ ਤੁਸੀਂ ਇਹ ਫਰੇਲਟੀ ਤੋਂ ਬਚ ਸਕਦੇ ਆ। ਤੇ ਨਹੀਂ ਤਾਂ ਇਹ ਜਿਹੜੀ ਫਰੇਲਟੀ ਹੈਗੀ ਆ ਜਾਂ ਮਸਲ ਵੀਕਨੈਸ ਹੈਗੀ ਆ ਇਹ ਤੁਹਾਨੂੰ ਬਹੁਤ ਗਲਤ ਨਤੀਜੇ ਦੇਣਗੇ। ਤੇ ਡਾਕਟਰ ਸਾਹਿਬ ਜੇ ਆਪਾਂ ਡਾਈਟ ਦੀ ਗੱਲ ਕਰੀਏ, ਜਿਵੇਂ ਕਿ ਆਪਾਂ ਯੋਗਾ ਵੀ ਕਰ ਰਹੇ ਆ, ਕਸਰਤ ਵੀ ਕਰ ਰਹੇ ਆ, ਲੇਕਿਨ ਉਸ ਤੋਂ ਬਾਅਦ ਜਿਹੜੀ ਡਾਈਟ ਆ ਉਹਦਾ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਆ। ਬਿਲਕੁਲ। ਤੇ ਜਿਹੜੇ ਪੌਸ਼ਟਿਕ ਤੱਤ ਜਿਹੜੇ ਸਾਡੀ ਬੋਡੀ ਦੇ ਨਿਊਟ੍ਰੀਐਂਟਸ ਆ ਉਹ ਸਾਨੂੰ ਕਿਹੜੇ ਇਦਾਂ ਦੀਆਂ ਚੀਜ਼ਾਂ ਕੰਜ਼ਿਊਮ ਕਰਨੀਆਂ ਚਾਹੀਦੀਆਂ ਕਿ ਯੋਗਾ ਐਕਸਰਸਾਈਜ਼ ਤੋਂ ਬਾਅਦ ਜਿਹੜੀ ਸਾਡੀ ਬੋਡੀ ਦਾ ਮੈਟਾਬੋਲਿਜ਼ਮ ਆ ਜਾਂ ਸਾਡੀ ਬੋਡੀ ਦੇ ਜਿਹੜੇ ਨਿਊਟ੍ਰੀਐਂਟਸ ਆ ਉਹ ਪ੍ਰੋਪਰ ਪੂਰੇ ਹੋਣ, ਤੇ ਕੀ ਉਹਦੇ ਵਿੱਚ ਕਿਵੇਂ ਆਪਾਂ ਉਹਨੂੰ ਫੋਲੋ ਕਰੀਏ? ਜਿਸ ਤਰ੍ਹਾਂ ਮਤਲਬ ਸਾਡੇ ਕਾਰਬੋਹਾਈਡਰੇਟਸ ਹੈਗੇ ਆ ਉਹ ਸਾਨੂੰ ਫਿਊਲ ਦਾ ਕੰਮ ਕਰਦੇ ਹੈਗੇ ਆ। ਜਿੱਦਾਂ ਸਕੂਟਰ ਨੂੰ ਪੈਟਰੋਲ ਚਾਹੀਦਾ ਹੈ ਉਸੇ ਤਰ੍ਹਾਂ ਸਾਡੀ ਬੋਡੀ ਨੂੰ ਕਾਰਬੋਹਾਈਡਰੇਟ ਚਾਹੀਦੇ ਹੈਗੇ ਆ। ਪਰ ਜਦੋਂ ਸਾਡੀ ਬੋਡੀ ਨੂੰ ਅਸੀਂ ਐਕਸਰਸਾਈਜ਼ ਕਰਦੇ ਆ ਤਾਂ ਸਾਡੀ ਬੋਡੀ ਦੇ ਵਿੱਚ ਬਹੁਤ ਸਾਰੀ ਮਸਲਸ ਜਿਹੜੇ ਹੈਗੇ ਆ ਚੱਲਦੀ ਹੈਗੇ ਆ। ਮਸਲ ਜਿਹੜੇ ਆ ਉਹਨਾਂ ਦੇ ਵਿੱਚ ਕੋਈ ਭੱਜ ਹੁੰਦੀ ਹੈਗੀ ਆ ਔਰ ਉਹਨਾਂ ਨੂੰ ਰੋਕਣ ਦੇ ਲਈ ਸਾਨੂੰ ਪ੍ਰੋਟੀਨ ਦੀ ਵੀ ਜ਼ਰੂਰਤ ਹੈਗੀ ਆ। ਔਰ ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਆ ਉਹਦੇ 2 ਘੰਟੇ ਬਾਅਦ ਦੇ ਵਿੱਚ ਤੁਹਾਨੂੰ ਇੱਕ ਤਾਂ ਮਤਲਬ ਅੱਛਾ ਨਿਊਟ੍ਰੀਐਂਟ ਡੈਂਸ ਫੂਡ ਲੈ ਲੈਣਾ ਚਾਹੀਦਾ ਹੈ, ਔਰ ਅਗਰ ਪ੍ਰੋਟੀਨ ਜੇ ਹੈ ਤਾਂ ਪ੍ਰੋਟੀਨ ਵੀ ਨਾਲ ਲੈ ਲੈਣੀ ਚਾਹੀਦੀ ਹੈਗੀ ਆ। ਔਰ ਅਗਰ ਤੁਸੀਂ 2 ਘੰਟੇ ਤੋਂ ਬਾਅਦ ਕੋਈ ਖਾਣਾ ਖਾਣਾ ਹੈ ਤਾਂ ਕੋਈ ਸਨੈਕ ਜਿਹੜਾ ਹੈ ਨਿਊਟ੍ਰੀਐਂਟ ਡੈਂਸ ਉਹ ਤੁਸੀਂ ਵਿਦਿਨ 2 ਆਵਰਸ ਲੈ ਸਕਦੇ ਹੈਗੇ ਆ ਐਕਸਰਸਾਈਜ਼ ਤੋਂ ਬਾਅਦ, ਤਾਂ ਕਿ ਤੁਹਾਡੇ ਜਿੰਨੇ ਵੀ ਨਿਊਟ੍ਰੀਐਂਟਸ ਇਸਤੇਮਾਲ ਹੋਏ ਆ ਐਕਸਰਸਾਈਜ਼ ਦੇ ਵਿੱਚ ਉਹ ਰਿਪਲੇਨਿਸ਼ ਹੋ ਜਾਣ। ਸੋ ਇਸ ਕਰਕੇ ਪ੍ਰੋਟੀਨ ਔਰ ਕਾਰਬੋਹਾਈਡਰੇਟ ਇਹ ਬਹੁਤ ਜ਼ਰੂਰੀ ਹੈਗੇ ਆ। ਪ੍ਰੋਟੀਨ ਤਾਂ ਖਾਸ ਕਰਕੇ ਤੁਹਾਡੇ ਮਸਲਸ ਦੇ ਜਿਹੜੀ ਡਿਵੈਲਪਮੈਂਟ ਹੈਗੀ ਆ ਉਹਦੇ ਲਈ ਪ੍ਰੋਟੀਨ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਹੈ। ਦੇਖਣ ਵਿੱਚ ਆਇਆ ਕਿ ਅਸੀਂ ਕਾਰਬੋਹਾਈਡਰੇਟ ਤਾਂ ਬਹੁਤ ਖਾਂਦੇ ਹੈਗੇ, ਸਾਡੀਆਂ ਹਰ ਚੀਜ਼ ਦੇ ਵਿੱਚ ਕਾਰਬੋਹਾਈਡਰੇਟ ਹੈ, ਪਰ ਪ੍ਰੋਟੀਨ ਜਿਹੜੀ ਹੈਗੀ ਆ ਨੌਨ ਵੈਜ ਨਹੀਂ ਲੈਂਦੇ ਉਹਨਾਂ ਲਈ, ਵੈਜੀਟੇਰੀਅਨ ਡਾਈਟ ਵਾਲਿਆਂ ਲਈ ਪ੍ਰੋਟੀਨ ਦੀ ਮਾਤਰਾ ਬਹੁਤ ਘੱਟਦੀ ਹੈਗੀ ਆ ਔਰ ਉਹ ਸਾਡੇ ਫਰੇਲਟੀ ਦੇ ਵਿੱਚ ਬਹੁਤ ਯੋਗਦਾਨ ਕਰਦੀ ਹੈਗੀ। ਸੋ ਇਸ ਲਈ ਜਿਹੜੇ ਵੈਜੀਟੇਰੀਅਨ ਹੈਗੇ ਆ ਉਹਨਾਂ ਲਈ ਮੇਰੀ ਇੱਕ ਸਲਾਹ ਹੈਗੀ ਆ ਕਿ ਅਗਰ ਉਹ ਨੌਨ ਵੈਜ ਨਹੀਂ ਲੈਂਦੇ ਤਾਂ ਉਹਨਾਂ ਨੂੰ ਦਾਲਾਂ ਜਿਹੜੀਆਂ ਹੈਗੀਆਂ ਆ ਉਹ ਜ਼ਰੂਰ ਦਿਨ ਦੇ ਵਿੱਚ 3 ਵਾਰੀ ਅਗਰ ਉਹ ਖਾਣਾ ਖਾਂਦੇ ਆ ਤੇ 3 ਹੀ ਵਾਰੀ ਉਹਨਾਂ ਨੂੰ ਦਾਲ ਜਿਹੜੀ ਹੈਗੀ ਹੈ ਇੱਕ ਵਾਰੀ ਜ਼ਰੂਰ ਲੈਣੀ ਚਾਹੀਦੀ ਹੈ। ਬਾਕੀ ਨਟਸ ਸੀਡਸ ਜਿਹੜੇ ਹੈਗੇ ਆ ਉਹ ਪ੍ਰੋਟੀਨ ਦਾ ਹਿੱਸਾ ਬਣ ਜਾਂਦੇ ਹੈਗੇ ਆ। ਫਿਰ ਤੁਸੀਂ ਆਪਣੇ
ਮਿਲਕ ਵਗੈਰਾ ਹੈ, ਮਿਲਕ ਵਗੈਰਾ ਲੈਂਦੇ ਹੈਗੇ ਆ ਜਾਂ ਪਨੀਰ ਵਗੈਰਾ, ਇਸ ਤਰ੍ਹਾਂ ਉਹਨਾਂ ਦੀ ਪ੍ਰੋਟੀਨ ਦੀ ਮਾਤਰਾ ਜਿਹੜੀ ਹੈਗੀ ਆ ਉਹ ਪੂਰੀ ਹੋ ਸਕਦੀ। ਤੇ ਜਿਵੇਂ ਡਾਕਟਰ ਸਾਹਿਬ ਆਪਾਂ ਡੇਰੀ ਪ੍ਰੋਡਕਟਸ ਮਨਾ ਕਰੀਦੇ, ਕਿਉਂਕਿ ਆਪਾਂ ਕਈ ਸੈਸ਼ਨ 'ਚ ਦੱਸ ਚੁੱਕੇ ਹਾਂ ਕਿ ਦੁੱਧ ਜਿਹੜਾ ਆ ਜਾਂ ਡੇਰੀ ਪ੍ਰੋਡਕਟਸ ਆ ਉਹ ਸਾਡੇ ਲਈ ਨਹੀਂ ਬਣੇ ਹੈਗੇ। ਆਪਾਂ ਉਹਨੂੰ ਫਰਮੈਂਟ ਤਰੀਕੇ ਨਾਲ ਖਾ ਸਕਦੇ ਹਾਂ, ਲਾਈਕ ਇਨ ਦ ਕਹਿ ਲਓ ਫਾਰਮ ਆਫ ਦਹੀਂ ਕਰਡ ਦੇ ਵਿੱਚ, ਤੇ ਉਹਦੇ ਲਈ ਫਿਰ ਆਪਾਂ ਜਿਹੜੇ ਪ੍ਰੋਟੀਨ ਦੀ ਜਗ੍ਹਾ ਤੇ ਜਿਵੇਂ ਸਪਰਾਊਟਸ ਲੈ ਸਕਦੇ ਹਾਂ। ਬਿਲਕੁਲ, ਸੀਡਸ ਜਿਹੜੇ ਹੈਗੇ ਆ, ਸੀਡਸ ਨੂੰ ਸਪਰਾਊਟ ਕਰਕੇ ਤੁਸੀਂ ਮਤਲਬ ਉਹਨਾਂ ਦੇ ਉੱਤੇ ਜਿਸ ਤਰ੍ਹਾਂ olive oil ਪਾ ਕੇ, ਨਮਕ ਪਾ ਕੇ ਤੁਸੀਂ ਉਹਨਾਂ ਨੂੰ ਲੈ ਸਕਦੇ ਆ। ਉਹਨਾਂ ਨੂੰ ਤੁਸੀਂ ਥੋੜਾ ਰੋਸਟ ਵੀ ਕਰ ਸਕਦੇ ਹੈਗੇ ਆ ਤੇ ਵੈਸੇ ਵੀ ਲੈ ਸਕਦੇ ਹੈਗੇ ਆ। ਤੁਸੀਂ ਉਹਨਾਂ ਦੇ ਰੈਸਿਪੀ ਬਹੁਤ ਹੈਗੇ ਆ, ਤੁਸੀਂ ਉਹਨਾਂ ਨੂੰ ਮਤਲਬ ਸਵਾਦ ਬਣਾ ਕੇ ਤੇ ਲੈ ਸਕਦੇ ਹੈਗੇ ਆ। ਉਹਦੇ ਵਿੱਚ ਸਗੋਂ ਵਿਟਾਮਿਨਸ ਵੀ ਕਾਫੀ ਹੋ ਜਾਂਦੇ ਹੈਗੇ ਆ ਔਰ ਪ੍ਰੋਟੀਨ ਵੀ ਕਾਫੀ। ਤੇ ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਹੈਗਾ ਕਿ ਕਿਹੜੀ ਡਾਈਟ ਸਾਨੂੰ ਫੋਲੋ ਕਰਨੀ ਚਾਹੀਦੀ ਆ ਤੇ ਕਿੰਨੇ ਟਾਈਮ ਬਾਅਦ ਜਿਹੜਾ ਆ ਸਾਨੂੰ ਐਕਸਰਸਾਈਜ਼ ਜਾਂ ਯੋਗਾ ਤੋਂ ਬਾਅਦ ਜਿਹੜਾ ਖਾਣਾ ਚਾਹੀਦਾ ਆ, ਔਰ ਉਹਦੇ ਵਿੱਚ ਕੀ ਖਾਣਾ ਚਾਹੀਦਾ, ਇਹਦੇ ਤੋਂ ਕਾਰਬੋਹਾਈਡਰੇਟਸ ਕਿੰਨੇ ਪ੍ਰੋਟੀਨ ਦੀ ਸਾਨੂੰ ਜ਼ਰੂਰਤ ਹੈਗੀ ਆ। ਡਾਕਟਰ ਸਾਹਿਬ ਪ੍ਰੋਪਰ ਗਾਈਡ ਕੀਤਾ, ਤੁਸੀਂ ਉਹਨੂੰ ਲਿਖਿਆ ਕਰੋ ਤਾਂ ਕਿ ਸਾਡਾ ਜਿਹੜਾ ਬੈਸਟ ਆ ਆਪਣੀ ਫੈਮਿਲੀ ਦੇ ਵਿੱਚ ਵੀ ਤੁਸੀਂ ਸਾਰਿਆਂ ਨੂੰ ਉਸ ਬਾਰੇ ਗਾਈਡ ਕਰ ਸਕਦੇ ਆ, ਬੱਚੇ ਤੋਂ ਲੈ ਕੇ ਵੱਡੇ ਤੱਕ। ਤੇ ਡਾਕਟਰ ਸਾਹਿਬ ਜਿਵੇਂ ਆਪਾਂ ਹੁਣ ਗੱਲ ਕਰ ਰਹੇ ਹਾਂ ਖਾਣੇ ਦੀ ਗੱਲ ਤਾਂ ਆਪਣੀ ਹੋ ਗਈ ਕਿ ਕਿੰਨੇ ਟਾਈਮ ਬਾਅਦ ਇਹਨੂੰ ਲਈਏ ਜਾਂ ਕਿੱਦਾਂ ਲਈਏ, ਤੇ ਜਿਹੜੇ ਯੋਗਾ ਔਰ ਐਕਸਰਸਾਈਜ਼ ਨੂੰ ਆਪਾਂ ਟਾਈਮ ਦੇ ਰਹੇ ਹਾਂ ਉਹ ਘੱਟੋ ਘੱਟ ਸਾਨੂੰ ਕਿੰਨਾ ਟਾਈਮ ਇਹਦੇ ਲਈ ਕੱਢਣਾ ਚਾਹੀਦਾ? ਇਹਦੇ ਲਈ ਜਿਹੜਾ ਰਿਕਮੈਂਡਡ ਹੈ ਉਹ 30 ਮਿੰਟਸ ਹੈ ਜੀ, ਔਰ ਮਤਲਬ 75 to 150 ਮਿੰਟਸ ਪਰ ਵੀਕ ਤੁਸੀਂ ਕਰ ਸਕਦੇ ਹੈਗੇ ਆ। ਔਰ ਹਫਤੇ ਦੇ ਵਿੱਚ 5 ਦਿਨ ਰਿਕਮੈਂਡਡ ਹੈ ਨਾਰਮਲ ਆਦਮੀ ਦੇ, ਜਿਹੜੇ ਨਾਰਮਲ ਹੈਗੇ ਆ। ਪਰ ਡਾਇਬੈਟਿਕਸ ਜਿੰਨੇ ਹੈਗੇ ਆ ਉਹਨਾਂ ਲਈ ਅਸੀਂ ਰਿਕਮੈਂਡ ਕਰਦੇ ਆ 7 ਡੇਜ਼ ਦੇ ਵੀਕ, ਤੇ ਉਹਨਾਂ ਨੂੰ 7 ਦਿਨ ਕਰਨੀ ਚਾਹੀਦੀ ਹੈਗੀ ਆ। ਤੇ ਜਿਹੜੇ ਅਦਰਵਾਈਜ਼ ਨਾਰਮਲ ਪਰਸਨ ਹੈਗੇ ਆ ਉਹਨਾਂ ਨੂੰ 5 ਦਿਨ ਹਫਤੇ ਦੇ ਵਿੱਚ ਇਹ ਜ਼ਰੂਰ ਕਰ ਲੈਣੀ ਚਾਹੀਦੀ ਹੈਗੀ ਆ ਐਕਸਰਸਾਈਜ਼। ਔਰ 30 ਮਿੰਟਸ ਜਿਹੜਾ ਹੈ 30 ਮਿੰਟਸ 40 ਮਿੰਟਸ, ਜਿਸ ਤਰ੍ਹਾਂ ਤੁਹਾਡੀ ਪ੍ਰੈਕਟਿਸ ਜ਼ਿਆਦਾ ਹੋ ਜਾਂਦੀ ਹੈਗੀ ਆ ਫਿਰ ਤੁਸੀਂ ਡੇਲੀ ਵੀ ਕਰ ਸਕਦੇ ਹੈਗੇ ਆ ਜੇ ਤੁਹਾਡੀ ਬੋਡੀ ਅਲਾਉ ਕਰਦੀ ਹੈ। ਤੇ ਕਿਉਂਕਿ ਜਿੱਦਾਂ ਤੁਸੀਂ ਇਹਦਾ ਮਜ਼ਾ ਲੈਂਦੇ ਹੈਗੇ ਆ ਤੇ ਫਿਰ ਤੁਹਾਨੂੰ ਤੁਸੀਂ ਰਹਿ ਹੀ ਨਹੀਂ ਸਕਦੇ ਕਿ ਕੋਈ ਦਿਨ ਵੀ ਤੁਸੀਂ ਛੁੱਟੀ ਕਰ ਲਓ। ਫਿਰ ਤੁਹਾਨੂੰ ਐਤਵਾਰ ਜਾਂ ਸ਼ਨੀਵਾਰ ਨਹੀਂ ਦਿਸਦਾ, ਫਿਰ ਤੁਸੀਂ ਕਹਿੰਦੇ ਆ ਕਿ ਮੇਰਾ ਰੂਟੀਨ ਬਣਿਆ ਹੈ ਔਰ ਮੇਰੀ ਹੈਬਿਟ ਬਣ ਗਈ ਹੈ ਕਿ ਮੈਂ ਕਰਨੀ ਹੈਗੀ ਆ। ਔਰ ਅਗਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਐਕਸਰਸਾਈਜ਼ ਦੇ ਨਾਲ, ਤੁਹਾਡੇ ਮਸਲ ਸੋਰ ਨਹੀਂ ਹੁੰਦੇ, ਤੁਹਾਨੂੰ ਕੋਈ ਥਕਾਵਟ ਨਹੀਂ ਹੁੰਦੀ, ਤੇ ਤੁਸੀਂ 7 ਡੇਜ਼ ਹੀ ਨਹੀਂ ਕਰ ਸਕਦੇ। ਜਿਵੇਂ ਡਾਕਟਰ ਸਾਹਿਬ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਫਾਸਟ ਫੂਡ ਨੂੰ ਲੈ ਕੇ ਇੰਨੇ ਜ਼ਿਆਦਾ ਇੰਸਪਾਇਰ ਹੀ ਕਹਿ ਲਓ, ਕਿਉਂਕਿ ਉਹ ਤੋਂ ਬਿਨਾਂ ਤਾਂ ਬਹੁਤ ਮੁਸ਼ਕਿਲ ਆ ਰਹਿਣਾ ਅੱਜ ਕੱਲ੍ਹ। ਐਡਿਕਸ਼ਨ ਹੈ ਉਹ ਸੇਮ ਐਜ਼ ਅਸੀਂ ਯੋਗਾ ਔਰ ਐਕਸਰਸਾਈਜ਼ ਨੂੰ ਆਪਣੀ ਜ਼ਿੰਦਗੀ 'ਚ ਉਹ ਜਗ੍ਹਾ ਦੇਣੀ ਹੈ ਜਿਹੜੀ ਆਪਾਂ ਪ੍ਰੋਸੈਸ ਔਰ ਪੈਕੇਜ ਫੂਡ ਨੂੰ ਦਿੱਤੀ ਹੋਈ ਹੈ। ਤੇ ਡਾਕਟਰ ਸਾਹਿਬ ਜਿਵੇਂ ਕਿ ਅਗਰ ਆਪਾਂ ਗੱਲ ਕਰੀਏ ਯੋਗਾ ਜਾਂ ਐਕਸਰਸਾਈਜ਼ ਦੇ ਵਿੱਚ ਇੱਕ ਸੂਰਿਆ ਨਮਸਕਾਰ ਆਉਂਦਾ ਹੈ, ਜਿਹੜਾ ਇਹ ਸੂਰਿਆ ਨਮਸਕਾਰ ਆ ਉਹਦਾ ਕੀ ਫਾਇਦਾ ਹੈਗਾ ਆ, ਕਿਉਂ ਇਹ ਸਾਨੂੰ ਕਰਨਾ ਚਾਹੀਦਾ? ਸੂਰਿਆ ਨਮਸਕਾਰ ਜਿਹੜੀ ਪੋਜ਼ ਹੈ ਉਹ ਇੱਕ ਤਰ੍ਹਾਂ ਦਾ ਉਹਨੂੰ ਇਸ ਤਰ੍ਹਾਂ ਦਾ ਕਿਹਾ ਹੈ ਕਿ ਇਹ ਇੱਕ ਕੰਪਲੀਟ ਐਕਸਰਸਾਈਜ਼ ਹੈ। ਉਹਦੇ ਨਾਲ ਬਾਡੀ ਦੇ ਸਾਰੇ ਅੰਗ ਜਿਹੜੇ ਹੈਗੇ ਆ ਉਹ ਇੱਕ ਹੀ ਮਤਲਬ ਯੋਗਾ ਦੇ ਨਾਲ ਦਰੁਸਤ ਹੋ ਜਾਂਦੇ ਹੈਗੇ। ਸੋ ਇਸ ਕਰਕੇ ਉਹਦੀ ਇੰਪੋਰਟੈਂਸ ਜਿਹੜੀ ਹੈਗੀ ਆ ਉਹ ਇਸ ਕਰਕੇ ਬਹੁਤ ਜ਼ਿਆਦਾ ਹੈਗੀ ਆ। ਔਰ ਜੇ ਕੋਈ ਸਹੀ ਤਰੀਕੇ ਦੇ ਨਾਲ ਸੂਰਿਆ ਨਮਸਕਾਰ ਕਿਸੇ ਨੂੰ ਕਰਨਾ ਆਉਂਦਾ ਆ ਤੇ ਮੇਰਾ ਖਿਆਲ ਹੈ ਕਿ ਪਰਫੈਕਟ ਐਕਸਰਸਾਈਜ਼ ਜੀ। ਤੇ ਸਰ ਜੇ ਇਹਨੂੰ ਆਪਾਂ ਪ੍ਰੋਪਰ ਕਰੀਏ, ਮਤਲਬ ਜੋ ਇਹਦੇ ਐਕਚੁਅਲ ਜੋ ਡਾਇਰੈਕਸ਼ਨ ਤੇ ਇਨਸਟਰਕਸ਼ਨਸ ਹੈਗੀਆਂ ਆ ਤਾਂ ਹੀ ਇਹ ਸਾਨੂੰ ਪ੍ਰੋਪਰ ਵੈਰੀਫਾਈ ਕਰੇਗਾ। ਅਦਰਵਾਈਜ਼ ਜਿਵੇਂ ਕਿ ਆਪਾਂ ਨਾਰਮਲੀ ਕਹਿ ਦਿੰਦੇ ਕਿ ਕਿਆ ਇਦਾਂ ਹੈਗੀ ਇਨਸਟਰਕਸ਼ਨ ਤੇ ਆਪਾਂ ਨਾਰਮਲ ਕਰਨੀ ਹੈ ਕਿ ਉਹ ਬੈਨੀਫਿਟ ਨਹੀਂ ਹੋਊਗਾ ਇਸ ਨੂੰ। ਤੇ ਜਿਵੇਂ ਡਾਕਟਰ ਸਾਹਿਬ ਕਸਰਤ ਜਾਂ ਯੋਗਾ ਜਿਹੜਾ ਕਿ ਸਾਡਾ ਅੱਜ ਦਾ ਟੌਪਿਕ ਹੈਗਾ ਮੇਨ, ਆਪਾਂ ਉਹਦੇ ਵਿੱਚ ਇਹ ਦੱਸ ਰਹੇ ਹਾਂ ਕਿ ਸਾਡੇ ਮਲਟੀਪਲ ਬੈਨੀਫਿਟਸ ਕੀ ਹੈਗੇ। ਤੇ ਅੱਜ ਕੱਲ੍ਹ ਦੇ ਲੋਕੀ ਜਿਵੇਂ ਕਿ ਬਹੁਤ ਜ਼ਿਆਦਾ ਐਂਜ਼ਾਈਟੀ, ਸਟ੍ਰੈਸ, ਡਿਪਰੈਸ਼ਨ ਦਾ ਸ਼ਿਕਾਰ ਹੈਗੇ ਆ, ਜਿਵੇਂ ਆਪਾਂ ਕਹਿੰਦੇ ਮੈਂਟਲੀ ਤੌਰ ਤੇ ਜਾਂ ਮਾਨਸਿਕ ਤੌਰ ਤੇ ਐਕਟਿਵ ਨਹੀਂ ਹੈਗੇ ਤੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਡਿਪਰੈਸਡ ਫੀਲ ਕਰਦੇ ਆ, ਤੇ ਉਹਨਾਂ ਲਈ ਕਿੰਨਾ ਕੁ ਕਾਰਗਰ ਸਾਬਿਤ ਹੋ ਸਕਦਾ ਹੈ? ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਐਕਸਰਸਾਈਜ਼ ਜਦੋਂ ਤੁਸੀਂ ਕਰ ਲੈਂਦੇ ਆ ਤੇ ਤੁਹਾਡਾ ਸਾਰਾ ਦਿਨ ਜਿਹੜਾ ਹੈਗਾ ਉਹ ਬਹੁਤ ਖਿੜਿਆ ਰਹਿੰਦਾ ਹੈਗਾ।
ਇਹ ਮਾਈਂਡਫੁਲਨੈਸ ਦੇ ਮਾਈਂਡ ਦੇ ਲਈ ਬਹੁਤ ਇੰਪੋਰਟੈਂਟ ਹੈ। ਜਿੱਦਾਂ ਹੁਣ ਇੱਕ ਪ੍ਰਾਣਾਯਾਮਾ ਹੈ ਜਿਹਦੇ ਵਿੱਚ ਬਰੀਥਿੰਗ ਐਕਸਰਸਾਈਜ਼ ਹੈਗੀਆਂ, ਉਹ ਤੁਹਾਡਾ ਸਟ੍ਰੈਸ ਲੈਵਲ ਹੈਗਾ ਬਿਲਕੁਲ ਘਟਾ ਦਿੰਦਾ ਹੈ। ਉਹਦੇ ਨਾਲ ਤੁਹਾਡਾ ਸਟ੍ਰੈਸ ਲੈਵਲ ਬਹੁਤ ਹੱਦ ਤੱਕ ਠੀਕ ਹੋ ਜਾਂਦਾ ਹੈਗਾ। ਉਹਦੇ ਨਾਲ ਤੁਹਾਡੀ ਸਲੀਪ ਜਿਹੜੀ ਹੈਗੀ ਆ ਬਹੁਤ ਇੰਪਰੂਵ ਹੋ ਜਾਂਦੀ ਹੈਗੀ ਆ। ਤੁਹਾਡੀ ਮਾਈਂਡਫੁਲਨੈਸ ਜਿਹੜੀ ਤੁਹਾਡੀ ਫੋਕਸਿੰਗ ਪ੍ਰਕਿਰਿਆ ਹੈ ਉਹ ਬਹੁਤ ਸ਼ਾਰਪ ਹੋ ਜਾਂਦੀ ਹੈਗੀ ਆ। ਤੁਹਾਡਾ ਬੀਪੀ ਜਿਹੜਾ ਬਲੱਡ ਪ੍ਰੈਸ਼ਰ ਹੈਗਾ ਆ ਉਹ ਵੀ ਘਟ ਜਾਂਦਾ ਹੈਗਾ। ਫਿਰ ਤੁਹਾਡਾ ਜਿਹੜਾ ਲੰਗ ਫੰਕਸ਼ਨ ਹੈ, ਸਾਹ ਦੀ ਜਿਹੜੀ ਜਿਹਨਾਂ ਨੂੰ ਸਾਹ ਦੀਆਂ ਪ੍ਰੋਬਲਮ ਹੈਗੀਆਂ ਉਹ ਬਹੁਤ ਇੰਪਰੂਵ ਹੋ ਜਾਂਦਾ ਹੈਗਾ। ਫਿਰ ਤੁਹਾਡੇ ਜਿਹੜੇ ਕੋਗਨੀਟਿਵ ਹੈਗੇ ਆ ਫੈਕਟਰਸ ਹੈਗੇ ਆ, ਪਰਫਾਰਮੈਂਸ ਹੈਗੀ ਆ, ਜਿਸ ਤਰ੍ਹਾਂ ਸੋਚਣਾ ਹੈ, ਯਾਦ ਕਰਨਾ ਹੈ, ਲਰਨਿੰਗ ਹੈ, ਇਹ ਜਿਹੜੀਆਂ ਫੈਕਲਟੀਜ਼ ਹੈਗੀਆਂ ਇਹ ਵੀ ਜ਼ਿਆਦਾ ਇੰਪਰੂਵ ਹੋ ਜਾਂਦੀਆਂ ਜਦੋਂ ਤੁਸੀਂ ਮੈਮਰੀ ਹੈ, ਇਹ ਸਾਰੀਆਂ ਤੁਹਾਡੀਆਂ ਜਿਹੜੀਆਂ ਫੈਕਲਟੀਜ਼ ਹੈਗੀਆਂ ਇਹ ਇਸ ਪ੍ਰਾਣਾਯਾਮ ਨਾਲ ਠੀਕ ਹੋ ਜਾਂਦੀਆਂ ਹੈਗੀਆਂ। ਇਹ ਇੱਕ ਇਹਦੇ ਵਿੱਚ ਇਹਦੇ ਨਾਲ ਜਿਹੜੀ ਸਿਗਰਟ ਕ੍ਰੇਵਿੰਗ ਹੈਗੀ ਆ ਉਹ ਵੀ ਘਟ ਜਾਂਦੀ ਹੈਗੀ ਆ। ਕਈਆਂ ਦੀ ਸਿਗਰਟ ਛੱਡ ਦਿੱਤੀ ਹੈਗੀ ਆ ਪ੍ਰਾਣਾਯਾਮ ਦੇ ਨਾਲ। ਸੋ ਇਹ ਸਾਰੀਆਂ ਜਿਹੜੇ ਬੈਨੀਫਿਟਸ ਹੈਗੇ ਆ, ਅਗਰ ਤੁਸੀਂ ਇਹ ਕਰੋਗੇ ਤੇ ਤੁਸੀਂ ਤਦੇ ਹੀ ਇਹਦਾ ਫਾਇਦਾ ਉਠਾ ਸਕਦੇ ਹੋ, ਅਦਰਵਾਈਜ਼ ਇਹਦਾ ਫਾਇਦਾ ਨਹੀਂ ਹੋ ਸਕਦਾ। ਡਾਕਟਰ ਸਾਹਿਬ ਜਿਵੇਂ ਆਪਾਂ ਹੁਣ ਪ੍ਰਾਣਾਯਾਮ ਦੀ ਗੱਲ ਕਰੀਏ, ਵੈਸੇ ਤਾਂ ਤੁਸੀਂ ਉਹਦੇ ਪ੍ਰੋਪਰ ਬੈਨੀਫਿਟਸ ਵੀ ਦੱਸ ਦਿੱਤੇ, ਇਹ ਵੀ ਦੱਸ ਦਿੱਤਾ ਕਿ ਕਿੱਥੋਂ ਤੱਕ ਦਾ ਜਿਹੜਾ ਨਸ਼ਾ ਹੈਗਾ ਜਿਵੇਂ ਸਿਗਰਟ ਦਾ ਉਹ ਵੀ ਇਹਦੇ ਨਾਲ ਜਿਹੜਾ ਆ ਛੁੱਟ ਜਾਂਦਾ ਹੈਗਾ, ਤੇ ਇਹਦੇ ਲਾਭ ਤੁਸੀਂ ਦੱਸਦੇ ਹੈਗੇ ਆ। ਪਰ ਮੈਨੂੰ ਸਾਨੂੰ ਇਹ ਜ਼ਰੂਰ ਦੱਸੋ, ਸਾਡੇ ਸਾਰੇ ਜਿਹੜੇ ਸਾਨੂੰ ਸੁਣ ਰਹੇ ਹੈਗੇ ਆ, ਵੀ ਇਹ ਜ਼ਰੂਰੀ ਕਿਉਂ ਹੈ ਤਾਂ ਤੁਸੀਂ ਦੱਸਿਆ ਹੈਗਾ, ਲੇਕਿਨ ਅਸਲ ਦੇ ਵਿੱਚ ਪ੍ਰਾਣਾਯਾਮ ਹੈ ਕੀ? ਪ੍ਰਾਣਾਯਾਮ ਇੱਕ ਵਿਧੀ ਹੈ ਜਿਹਦੇ ਨਾਲ ਸਾਡੀ ਜਿਹੜੀ ਬਰੀਥਿੰਗ ਐਕਸਰਸਾਈਜ਼ਸ ਹੋ ਜਾਂਦੀਆਂ ਹੈਗੀਆਂ। ਬਰੀਥਿੰਗ ਦੇ ਨਾਲ ਜਿਹੜਾ ਸਾਡਾ ਮਤਲਬ ਇਹ ਆ ਕਿ ਜਦੋਂ ਅਸੀਂ ਸਾਹ ਲੈਂਦੇ ਹੈਗੇ ਆ ਤਾਂ ਉਹ ਸਾਹ ਜਦੋਂ ਅਸੀਂ ਲੰਗਸ ਦੇ ਵਿੱਚੋਂ ਆਕਸੀਜਨ ਲੈਂਦੇ ਹੈਗੇ ਆ ਤਾਂ ਅਸੀਂ ਪੂਰੀ ਤਰ੍ਹਾਂ ਆਕਸੀਜਨ ਅੰਦਰ ਨਹੀਂ ਲੈਂਦੇ, ਅਸੀਂ ਉੱਪਰੋਂ ਲਈ ਜਾਂਦੇ ਹੈਗੇ ਆ। ਉਹਦੇ ਵਿੱਚ ਕੀ ਹੁੰਦਾ ਹੈਗਾ ਆ ਕਿ ਸਾਹ ਜਿਹੜਾ ਸਾਡਾ ਹੈਗਾ ਆ ਉਹ ਸਾਡਾ ਨੱਕ ਜਿਹੜਾ ਹੈਗਾ ਆ ਇਹ ਸਾਹ ਲਈ ਬਣਿਆ ਹੈਗਾ। ਸਾਡਾ ਮੂੰਹ ਜਿਹੜਾ ਹੈਗਾ ਆ ਇਹ ਸਾਹ ਲਈ ਨਹੀਂ ਬਣਿਆ। ਮੂੰਹ ਸਿਰਫ ਸਾਡੇ ਖਾਣ ਲਈ ਬਣਿਆ ਆ ਔਰ ਸਾਡੇ ਮਤਲਬ ਬੋਲਣ ਲਈ ਬਣਿਆ ਹੈਗਾ। ਸਾਹ ਲਈ ਸਾਡਾ ਨੱਕ ਹੈਗਾ ਔਰ ਨੱਕ ਤੋਂ ਜਦੋਂ ਅਸੀਂ ਸਾਹ ਲੈਂਦੇ ਹੈਗੇ ਆ ਤਾਂ ਉਹ ਇੱਕ ਤਰ੍ਹਾਂ ਸਾਹ ਦੀ ਜਿਹੜੀ ਹਵਾ ਹੈਗੀ ਆ ਉਹਨੂੰ ਫਿਲਟਰ ਕਰਕੇ ਅੰਦਰ ਭੇਜਦਾ ਹੈਗਾ। ਦੂਸਰਾ, ਜਿੰਨੇ ਵੀ ਬੈਕਟੀਰੀਆ ਵਗੈਰਾ ਹੁੰਦੇ ਆ ਉਹ ਸਾਰੇ ਇਹਦੇ ਵਿੱਚ ਟ੍ਰੈਪ ਹੋ ਜਾਂਦੇ ਹੈਗੇ ਆ। ਤੀਜਾ ਜਿਹੜਾ ਹੈਗਾ ਆ ਇਹਦੇ ਵਿੱਚ ਖਾਸ ਕਿਸਮ ਦੇ ਕੈਮੀਕਲਸ ਹੁੰਦੇ ਆ, ਜਿੱਦਾਂ ਨਾਈਟ੍ਰਿਕ ਆਕਸਾਈਡ ਹੈਗੀਆਂ, ਗੈਸਿਸ ਹੈਗੀਆਂ, ਉਹ ਨਾਲ ਅੰਦਰ ਮਿਲ ਜਾਂਦੀਆਂ ਹੈਗੀਆਂ, ਜਿਹਦੇ ਨਾਲ ਸਾਡੀਆਂ ਜਿਹੜੀਆਂ ਨਾੜਾਂ ਹੈਗੀਆਂ ਉਹ ਖੁੱਲ ਜਾਂਦੀਆਂ ਹੈਗੀਆਂ। ਸਾਡੀ ਸਾਹ ਦੀ ਮਤਲਬ ਸਾਹ ਵਾਲੀਆਂ ਨਾੜਾਂ ਹੈ ਉਹ ਵੀ ਖੁੱਲ ਜਾਂਦੀਆਂ ਹੈ। ਉਹਦੇ ਨਾਲ ਜਦੋਂ ਅਸੀਂ ਨੱਕ ਰਾਹੀਂ ਸਾਹ ਲੈਂਦੇ ਆ ਤਾਂ ਫਿਰ ਅਸੀਂ